ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣ ਆਏ ਜੀਓ। ਮੈਂ ਆਸਾ ਰਖੀ ਚਿਤ ਮਹਿ, ਮੇਰਾ ਸਭ ਦੁੱਖ ਗਵਾਏ ਜੀਓ। ਬੇਸ਼ੁਮਾਰ ਅਥਾਹ ਅਗਾਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਇ। ਜੋ ਤਨ ਰਤੇ ਰੱਬ ਸਿਉ, ਤਿਨ ਤਨ ਰਤ ਨਾ ਹੋਏ। ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਭੈ ਭਇਐ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਜਿਉ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਰਹਿਮਤ ਕੀਤੀ। ਆਪ ਸੰਗਤਾਂ ਅੰਮ੍ਰਿਤਮਈ ਬਾਣੀ ਦੀ ਪਾਵਨ ਪਵਿੱਤਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼ਲੋਕ ਸ਼ੇਖ ਫਰੀਦ ਕੇ। ਬਾਬਾ ਫਰੀਦ ਜੀ ਸੂਫੀ ਸੰਤ ਸਨ। ਉਹਨਾਂ ਨੇ 48 ਸਾਲ ਕਠਨ ਘਾਲਣਾ ਘਾਲੀ। ਫਿਰ ਉਹਨਾਂ ਨੂੰ ਖੁਦਾ ਦੀ, ਅੱਲਾਹ ਤਾਲਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ। ਫਿਰ ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ। ਇਹ ਸ਼ਲੋਕ ਉਹਨਾਂ ਦੀ ਹੀ ਬਾਣੀ ਹੈ। ਬਾਬਾ ਫਰੀਦ ਜੀ ਦੇ ਪਾਸ ਕੋਈ ਪ੍ਰੇਮੀ ਆਇਆ। ਉਹ ਆ ਕੇ ਕਹਿਣ ਲੱਗਾ, ਮਹਾਰਾਜ, ਅਸਲੀ ਜਿਹੜਾ ਫਕੀਰ ਹੈ, ਅਸਲੀ ਸੰਤ ਹੈ, ਅਸਲੀ ਮਹਾਤਮਾ ਕਿਹੋ ਜਿਹਾ ਹੁੰਦਾ ਹੈ? ਕੋਈ ਉਹਦੀ ਨਿਸ਼ਾਨੀ ਦੱਸੋ। ਤਾਂ ਬਾਬਾ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਆਪ ਸੰਗਤਾਂ ਪਹਿਲਾਂ ਇਸ ਸ਼ਲੋਕ ਦੀ ਕਥਾ ਵਿਚਾਰ ਸਰਵਣ ਕਰੋ। ਫਿਰ ਇਸ ਤੋਂ ਬਾਅਦ ਮਹੱਲਾ ਤੀਜਾ, ਪੱਲਿਆਂ ਦੀ ਬੰਸ ਦੀ ਅਵਤੰਸ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਫਿਰ ਉਹਨਾਂ ਦਾ ਸ਼ਲੋਕ ਵੀ ਇਸੇ ਸ਼ਲੋਕ ਦੇ ਨਾਲ ਸੰਬੰਧਿਤ ਹੈ। ਉਹਦੀ ਵਿਚਾਰ ਸਰਵਣ ਕਰੋਗੇ। ਸਭ ਸੰਗਤਾਂ
ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ। ਬਾਬਾ ਫਰੀਦ ਜੀ ਕਹਿੰਦੇ ਨੇ, ਸੱਚੇ ਫਕੀਰ ਦੀ, ਸੱਚੇ ਸੰਤ ਦੀ, ਸੱਚੇ ਮਹਾਂਪੁਰਖ ਦੀ ਇਹ ਨਿਸ਼ਾਨੀ ਹੁੰਦੀ ਹੈ, ਰੱਤੀ ਰਤ ਨਾ ਨਿਕਲੇ। ਉਹਦੇ ਸਰੀਰ ਵਿੱਚੋਂ ਰੱਤੀ ਭਰ ਵੀ ਰਤ ਨਾ ਨਿਕਲੇ। ਜੇ ਤਨ ਚੀਰੈ ਕੋਏ, ਜੇ ਕੋਈ ਉਸਦੇ ਸਰੀਰ ਨੂੰ ਚੀਰੇ, ਉਹਦੇ ਵਿੱਚੋਂ ਰਤ ਤੋਂ ਭਾਵ ਹੈ ਲਹੂ, ਬਲੱਡ, ਉਹ ਨਹੀਂ ਨਿਕਲਣਾ ਚਾਹੀਦਾ। ਬਾਬਾ ਫਰੀਦ ਜੀ ਨੇ ਜੋ ਇਹ ਨਿਸ਼ਾਨੀ ਲਿਖੀ ਹੈ, ਜਦੋਂ ਆਪਾਂ ਗਹੁ ਦੇ ਨਾਲ ਵਿਚਾਰ ਕੇ ਦੇਖਾਂਗੇ, ਫਿਰ ਇਹ ਵਿਗਿਆਨ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਲਹੂ ਤੋਂ ਬਿਨਾਂ ਕੋਈ ਸਰੀਰ, ਜੀਵਤ ਸਰੀਰ ਰਹਿ ਨਹੀਂ ਸਕਦਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਜਿਹੜਾ ਪੂਰਨ ਸੰਤ ਹੁੰਦਾ ਹੈ, ਜੇ ਕੋਈ ਉਹਦੇ ਸਰੀਰ ਨੂੰ ਚੀਰੇ, ਉਹਦੇ ਵਿੱਚੋਂ ਰੱਤੀ ਭਰ ਵੀ ਖੂਨ ਨਹੀਂ ਨਿਕਲਦਾ। ਜੋ ਤਨ ਰਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ। ਉਹ ਮਹਾਂਪੁਰਖ ਜੋ ਤਨ ਰਤੇ ਰੱਬ ਸਿਉ, ਉਸ ਰੱਬ ਦੇ ਨਾਲ ਜਿਹੜੇ ਤਨ ਸਰੀਰ ਰੰਗੇ ਹੋਏ ਨੇ। ਇਹਦਾ ਮਤਲਬ ਇਹ ਹੈ, ਜਿਹੜੇ ਨਾਮ ਬਾਣੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ, ਤਿੰਨ ਤਨ ਰਤ ਨਾ ਹੋਏ, ਫਿਰ ਉਹਨਾਂ ਦੇ ਸਰੀਰ ਵਿੱਚ ਲਹੂ ਰਹਿੰਦਾ ਹੀ ਨਹੀਂ ਹੈ। ਸਾਰਾ ਖੂਨ, ਸਾਰਾ ਬਲੱਡ ਸੁੱਕ ਜਾਂਦਾ ਹੈ। ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਮੌਜੂਦ ਸੀ। ਗੁਰਸਿੱਖ ਵੀ ਇਸ ਨੂੰ ਪੜ੍ਹਦੇ ਸਨ, ਵਿਚਾਰਦੇ ਸਨ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਬਾਣੀ ਦੀ ਵਿਚਾਰ ਕਰਿਆ ਕਰਦੇ। ਹੁਣ ਗੁਰਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ, ਐ ਗਰੀਬਨ ਵਾਸ ਸਤਿਗੁਰੂ ਜੀ, ਜਿਹੜੀ ਗੱਲ ਬਾਬਾ ਫਰੀਦ ਜੀ ਨੇ ਲਿਖੀ ਹੈ, ਉਹਦੇ ਬਾਰੇ ਕੋਈ ਸਾਡੇ ਮਨ ਵਿੱਚ ਸ਼ੰਕਾ ਹੈ ਕਿ ਉਹ ਸੰਤ, ਉਹ ਮਹਾਂਪੁਰਖ ਜਿਹੜੇ ਉਸ ਵਾਹਿਗੁਰੂ ਦੇ ਨਾਮ ਬਾਣੀ ਭਗਤੀ ਦੇ ਰੰਗ ਵਿੱਚ ਰੰਗੇ ਹੁੰਦੇ ਨੇ, ਕਿ ਉਹਨਾਂ ਦੇ ਸਰੀਰ ਵਿੱਚੋਂ ਖੂਨ ਮੁੱਕ ਜਾਂਦਾ ਹੈ ਜਾਂ ਸੁੱਕ ਜਾਂਦਾ ਹੈ? ਐਸਾ ਤੇ ਕਦੇ ਦੇਖਿਆ ਸੁਣਿਆ ਨਹੀਂ। ਉਹਨਾਂ ਦੀ ਕਿਹੜੀ ਰਮਜ ਹੈ, ਕਿਹੜਾ ਭੇਤ ਹੈ, ਇਹਦੇ ਬਾਰੇ ਸਮਝਾਓ। ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਲੋਂ ਇਹ ਸ਼ਲੋਕ ਉਚਾਰਨ ਕਰਕੇ ਭੁਲੇਖਾ ਦੂਰ ਕਰਦੇ ਹਨ। ਇਹੋ ਤਨ ਸਭੋ ਰਤ ਹੈ। ਗੁਰਮੁਖੋ, ਜਿੰਨੇ ਇਹ ਸਰੀਰ ਨੇ, ਸਾਡਾ ਇਹ ਸਰੀਰ ਸਭੋ ਰਤ ਹੈ, ਇਹ ਸਾਰਾ ਰਤ ਦੇ ਨਾਲ ਹੀ ਭਰਿਆ ਹੋਇਆ। ਸਾਡੇ ਸਾਰਿਆਂ ਦੇ ਸਰੀਰ ਵਿੱਚ ਲਹੂ ਵਗ ਰਿਹਾ ਹੈ। ਰਤ ਬਿਨ ਤਨ ਨਾ ਹੋਏ, ਇਹ ਇੱਕ ਹਕੀਕਤ ਹੈ। ਲਹੂ ਤੋਂ ਬਿਨਾਂ ਕੋਈ ਸਰੀਰ ਹੋ ਹੀ ਨਹੀਂ ਸਕਦਾ। ਜਿੰਨੇ ਮਨੁੱਖ, ਪਸ਼ੂ ਪੰਛੀ, ਜਿੰਨੇ ਵੀ ਪ੍ਰਾਣਾਧਾਰੀ ਜੀਵ ਨੇ, ਸਭ ਦੇ ਅੰਦਰ ਬਲੱਡ ਹੈ, ਸਭ ਦੇ ਅੰਦਰ ਰਤ ਹੈ, ਸਭ ਦੇ ਅੰਦਰ ਖੂਨ ਵਹਿ ਰਿਹਾ ਹੈ। ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਲੋ ਬਾਬਾ ਭਗਤ ਜੀ ਦੇ ਕਹਿਣ ਦਾ ਭਾਵ ਬਹੁਤ ਗੁੱਝਾ ਹੈ, ਵੀ ਉਹਨਾਂ ਦੇ ਸਰੀਰ ਵਿੱਚ ਰਤ ਨਹੀਂ ਰਹਿੰਦੀ। ਜਿਹੜੇ ਤਨ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਕਿਹੜੀ ਰਤ ਹੈ?
ਜੋ ਸਹਿ ਰਤੇ ਆਪਣੇ, ਜੋ ਆਪਣੇ ਸਹਿਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਤੇ ਫਿਰ ਤਿਤ ਤਨ ਲੋਭ ਰਤ ਨਾ ਹੋਏ, ਉਹਨਾਂ ਦੇ ਸਰੀਰ ਵਿੱਚ ਲੋਭ ਰੂਪੀ ਰਤ ਨਹੀਂ ਹੁੰਦੀ। ਇੱਥੇ ਰਤ ਤੋਂ ਭਾਵ ਲੋਭ ਦਾ ਹੈ। ਲੋਭ ਤੋਂ ਭਾਵ ਮਾਇਆ ਦਾ ਲਾਲਚ, ਧਨ ਦਾ ਲਾਲਚ। ਇੱਥੇ ਲੋਭ ਨੂੰ ਰਤ ਕਿਉਂ ਕਿਹਾ ਹੈ? ਆਦਮੀ ਜੋ ਧਨ ਕਮਾਉਂਦਾ ਹੈ, ਮਿਹਨਤ ਕਰਕੇ ਕਮਾਉਂਦਾ ਹੈ। ਸਾਡੇ ਆਮ ਦੁਨੀਆ ਦੇ ਮੁਹਾਵਰੇ ਵਿੱਚ ਕਹਿੰਦੇ ਲਹੂ ਪਸੀਨੇ ਦੀ ਇਹ ਕਮਾਈ ਹੈ। ਜਿਹੜਾ ਫਿਰ ਕਿਸੇ ਦੇ ਧਨ ਦੀ ਇੱਛਾ ਰੱਖਦਾ ਹੈ, ਉਹਦੇ ਮਨ ਦੇ ਵਿੱਚ ਲੋਭ ਪੈਦਾ ਹੁੰਦਾ ਹੈ। ਹੁਣ ਜਦੋਂ ਮਾਇਆ ਦੀ ਇੱਛਾ ਖਤਮ ਹੋ ਜਾਂਦੀ ਹੈ, ਫਿਰ ਉਹ ਲੋਭ ਦੀ ਰਤ ਵਿੱਚੋਂ ਨਿਕਲ ਜਾਂਦੀ ਹੈ। ਜਦੋਂ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਮਾਇਆ ਦਾ ਮੋਹ, ਮਾਇਆ ਦਾ ਲੋਭ ਉਹ ਨਾਸ ਹੋ ਜਾਂਦਾ ਹੈ। ਕਿਉਂਕਿ ਧਨ ਵੀ ਤਾਂ ਇੱਕ ਰਾਤੀ ਹੈ, ਲਹੂ ਪਸੀਨੇ ਦੀ ਕਮਾਈ ਹੁੰਦਾ ਹੈ। ਇਸੇ ਲਈ ਬਾਬਾ ਫਰੀਦ ਜੀ ਨੇ ਇਹ ਗੱਲ ਆਖੀ ਹੈ ਵੀ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਤਨ ਵਿੱਚ ਲੋਭ ਦੀ ਰਤ ਨਹੀਂ ਰਹਿੰਦੀ। ਭੈ ਪਇਐ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਫਿਰ ਮਹਾਰਾਜ ਲੋਭ ਦੀ ਰਤ ਕਿਵੇਂ ਉਹਨਾਂ ਦੇ ਵਿੱਚੋਂ ਨਾਸ ਹੁੰਦੀ ਹੈ? ਲਓ ਹੁਣ ਇਹਦੀ ਵਿਆਖਿਆ ਕਰਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ। ਗੁਰਮੁਖੋ ਪੈ ਪਇਐ, ਉਸ ਵਾਹਿਗੁਰੂ ਦਾ ਨਿਰਮਲ ਭਾਉ ਸਾਡੇ ਅੰਦਰ ਪਇਐ, ਪੈਣ ਦੇ ਨਾਲ ਤਨ ਖੀਣ ਹੋਏ, ਸਾਡਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਜਦੋਂ ਰੱਬ ਦੇ ਪਿਆਰੇ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਭਗਤੀ ਕਰਦੇ ਨੇ, ਹਰ ਵੇਲੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਲੋਭ ਦੀ ਰਤ ਨਾਸ ਹੋ ਜਾਂਦੀ ਹੈ। ਵਾਹਿਗੁਰੂ ਦਾ ਭੈ ਡਰ ਪੈਦਾ ਹੋਣ ਦੇ ਨਾਲ ਉਹਨਾਂ ਦਾ ਸਰੀਰ ਖੀਨ ਹੋਏ, ਕਮਜ਼ੋਰ ਹੋ ਜਾਂਦਾ ਹੈ। ਲੋਭ ਰਤ ਵਿੱਚੋਂ ਜਾਏ, ਲੋਭ ਦੀ ਰਤ ਉਹਦੇ ਵਿੱਚੋਂ ਨਿਕਲ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਆਦਮੀ ਵਾਹਿਗੁਰੂ ਦੇ ਭੈ ਦੇ ਵਿੱਚ ਭਗਤੀ ਕਰਦਾ ਹੈ, ਤਾਂ ਉਸ ਵੇਲੇ ਉਹਦੇ ਮਨ ਦੇ ਵਿੱਚੋਂ ਮਾਇਆ ਦਾ ਲੋਭ, ਮਾਇਆ ਦਾ ਮੋਹ ਤੇ ਮਾਇਆ ਦਾ ਹੰਕਾਰ ਨਾਸ ਹੋ ਜਾਂਦਾ ਹੈ। ਜਿਉ ਬੈਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ। ਲੋ ਗੁਰੂ ਮਹਾਰਾਜ ਬਹੁਤ ਸੋਹਣੀ ਉਦਾਹਰਣ ਦਿੰਦੇ ਨੇ। ਜਿਉਂ ਬੈਸੰਤਰ ਧਾਤ ਸੁਧ ਹੋਏ, 8 ਧਾਤਾਂ ਹੁੰਦੀਆਂ ਨੇ, ਸੋਨਾ, ਚਾਂਦੀ, ਤਾਂਬਾ, ਪਿੱਤਲ ਆਦਿਕ, ਤੇ ਲੋਹਾ ਵੀ ਇੱਕ ਧਾਤ ਹੈ। ਜਿਵੇਂ ਅੱਗ ਦੇ ਨਾਲ ਧਾਤ ਸ਼ੁੱਧ ਹੋ ਜਾਂਦੀ ਹੈ। ਜੇ ਲੋਹੇ ਨੂੰ ਜੰਗਾਲ ਲੱਗ ਜਾਵੇ, ਕਿਸੇ ਵੀ ਧਾਤ ਨੂੰ ਮੈਲ ਲੱਗ ਜਾਵੇ, ਫਿਰ ਉਹਨੂੰ ਅੱਗ ਦੇ ਤਾਅ ਦੇ ਨਾਲ ਸ਼ੁੱਧ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਦੇ ਵਿੱਚ ਕਈ ਵਾਰੀ ਭਾਂਡੇ ਵੀ ਜੰਗਾਲੇ ਜਾਂਦੇ ਸਨ, ਤੇ ਫਿਰ ਅੱਗ 'ਤੇ ਰੱਖ ਕੇ ਉਹਨਾਂ ਨੂੰ ਪਾਲਿਸ਼ ਕੀਤੀ ਜਾਂਦੀ ਸੀ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਜਿਵੇਂ ਅੱਗ ਦੇ ਨਾਲ ਧਾਤ ਸ਼ੁੱਧ ਹੋ ਜਾਂਦੀ ਹੈ, ਤਿਉਂ ਹਰ ਕਾ ਭਾਉ, ਇਸੇ ਤਰ੍ਹਾਂ ਵਾਹਿਗੁਰੂ ਦਾ ਭੈ ਅੱਗ ਵਾਂਗੂ ਹੈ। ਦੁਰਮਤ ਮੈਲ ਗਵਾਏ, ਜਦੋਂ ਵਾਹਿਗੁਰੂ ਦਾ ਨਿਰਮਲ ਭਾਉ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ, ਉਹ ਖੋਟੀ ਮਾਦੀ ਮੈਲ ਨੂੰ ਗਵਾਏ ਨਾਸ਼ ਕਰ ਦਿੰਦਾ ਹੈ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਨਾਨਕ ਤੇ ਜਨ ਸੋਹਣੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੋਰ ਨਾਨਕ ਨਾਮ ਦੀ ਹੈ। ਬਾਣੀ ਤੀਜੇ ਪਾਤਸ਼ਾਹ ਦੀ ਹੈ। ਹੁਣ ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਵੀ ਉਹ ਜਨ ਗੁਰਮੁਖ ਪਿਆਰੇ, ਸੰਤ ਮਹਾਂਪੁਰਖ, ਸਾਈਂ ਲੋਕ ਬਹੁਤ ਸੋਹਣੇ ਨੇ। ਜੇ ਰਤੇ ਹਰ ਰੰਗ ਲਾਏ,
ਤੇ ਜਿਹੜੇ ਰੰਗ ਲਾ ਕੇ, ਪ੍ਰੇਮ ਲਾ ਕੇ ਵਾਹਿਗੁਰੂ ਦੇ ਭਗਤੀ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦੇ ਮੁਖ ਹੀ ਸੋਹਣੇ ਨੇ। ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਦੇ ਚਿਹਰੇ 'ਤੇ ਲਾਲੀ ਟਪਕਣ ਲੱਗ ਜਾਂਦੀ ਹੈ। ਉਹਨਾਂ ਦੇ ਚਿਹਰੇ 'ਤੇ ਇੱਕ ਇਲਾਹੀ ਨੂਰ ਆ ਜਾਂਦਾ ਹੈ। ਅਤੇ ਜਦੋਂ ਗੁਰਮੁਖ ਪਿਆਰੇ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਨਿਹਾਲ ਹੋ ਜਾਂਦੀਆਂ। ਇਹ ਇੱਕ ਬੰਦਗੀ ਦੀ ਸੁੰਦਰਤਾ ਹੁੰਦੀ ਹੈ, ਭਗਤੀ ਦੀ ਸੁੰਦਰਤਾ ਹੁੰਦੀ ਹੈ। ਇੱਕ ਤਾਂ ਹੈ ਨਾ ਕੁਦਰਤੀ ਸੁੰਦਰਤਾ, ਪਰ ਮਹਾਂਪੁਰਖਾਂ ਦੇ ਜਿਹੜੇ ਚਿਹਰੇ 'ਤੇ ਨੂਰ ਹੁੰਦਾ ਉਹ ਭਗਤੀ ਦਾ ਹੁੰਦਾ। ਇਸੇ ਲਈ ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਉਹ ਜਾਨੂੰ ਗੁਰਮੁਖ ਪਿਆਰੇ ਬਹੁਤ ਸੋਹਣੇ ਨੇ, ਉਹਨਾਂ ਦੇ ਚਿਹਰੇ ਬੜੇ ਫੱਬਦੇ ਨੇ, ਲੋਕ ਦਰਸ਼ਨਾਂ ਲਈ ਆਉਂਦੇ ਨੇ, ਜਿਹੜੇ ਵਾਹਿਗੁਰੂ ਦੇ ਨਾਲ ਪ੍ਰੇਮ ਲਾ ਕੇ ਉਹਦੇ ਨਾਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵਥ। ਲਓ, ਜਿਹੜਾ ਸ਼ਲੋਕ ਬਾਬਾ ਫਰੀਦ ਜੀ ਦਾ ਉਚਾਰਨ ਕੀਤਾ ਸੀ, ਉਹਨੂੰ ਪੜ੍ਹ ਕੇ ਸਿੱਖਾਂ ਦੇ ਮਨ ਦੇ ਵਿੱਚ ਸ਼ੰਕਾ ਹੋ ਗਈ। ਫਿਰ ਉਹ ਸ਼ੰਕਾ ਨੂੰ ਨਿਵਰਤ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਨੇ ਸ਼ਲੋਕ ਉਚਾਰਨ ਕੀਤਾ। ਹੁਣ ਅੱਗੇ ਫਿਰ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਗੁਰਮੁਖੋ, ਗੁਰੂ ਦੀ ਸੰਗਤ ਵਿੱਚ ਆਇਆ ਕਰੋ। ਗੁਰੂ ਦੀ ਸੰਗਤ ਇੱਕ ਸਰੋਵਰ ਹੈ, ਕੱਲਾ ਸਰੋਵਰ ਹੀ ਨਹੀਂ, ਇਹ ਮਾਨ ਸਰੋਵਰ ਹੈ। ਇਸ ਮਾਨ ਸਰੋਵਰ ਦੇ ਵਿੱਚੋਂ ਹੀਰੇ ਰਤਨ ਲੱਭਦੇ ਨੇ। ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗਾ ਨਹੀਂ ਦੂਰੇ। ਗੁਰੂ ਰਤਨਾਂ ਦੀ ਖਾਣ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਸੋਈ ਸਰਵਰ ਢੂੰਡ ਲਹੋ, ਉਸੇ ਸਰੋਵਰ ਨੂੰ ਢੂੰਡ ਲਵੋ, ਲੱਭ ਲਵੋ, ਜਿੱਥੋਂ ਲੱਭੀ ਵਥ, ਜਿੱਥੋਂ ਪਾਈਏ ਨਾਮ ਰੂਪੀ ਭਗਤੀ ਰੂਪੀ ਵਸਤੂ ਲੱਭੀ ਹੈ ਤੇ ਲੱਭ ਸਕਦੀ ਹੈ। ਭਾਵ ਗੁਰੂ ਦੀ ਸੰਗਤ ਮਾਨ ਸਰੋਵਰ ਹੈ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ। ਗੁਰੂ ਦੀ ਸੰਗਤ ਮਾਨ ਸਰੋਵਰ ਹੈ, ਜਿੱਥੋਂ ਨਾਮ ਭਗਤੀ ਇਲਾਹੀ ਕੀਰਤਨ ਇਹ ਅਮੋਲਕ ਦਾਤਾਂ ਪ੍ਰਾਪਤ ਹੁੰਦੀਆਂ ਹਨ। ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਜਿਹੜੀ ਕੁਸੰਗਤ ਹੈ, ਪਖੰਡੀਆਂ ਦੇ ਡੇਰੇ ਨੇ। ਅੱਜ ਕੱਲ੍ਹ ਪੰਜਾਬ ਦੀ ਧਰਤੀ 'ਤੇ ਬੜੇ ਦੇਹ ਤਾਰੀ ਡੰਬੀ ਗੁਰੂ ਵੀ ਦੁਕਾਨਾਂ ਖੋਲ੍ਹੀ ਬੈਠੇ ਨੇ। ਬਾਬਾ ਫਰੀਦ ਜੀ ਦੇ ਸਮੇਂ ਵੀ ਅਜਿਹਾ ਹੁੰਦਾ ਹੋਵੇਗਾ। ਉਹਨਾਂ ਪਖੰਡੀਆਂ ਦਾ ਜਾਹੋ ਜਲਾਲ ਦੂਜਿਆਂ ਨਾਲੋਂ ਵਧੇਰੇ ਹੁੰਦੇ। ਸ਼ਾਹੀ ਠਾਠ ਬਾਠ ਚੇਲੇ ਬਾਲੇ, ਰੌਣਕਾਂ ਵੀ ਉਹਨਾਂ ਕੋਲੇ ਵੱਧ ਹੁੰਦੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਛੱਪੜ ਨੇ, ਛੱਪੜ, ਜਿਨ੍ਹਾਂ ਨੂੰ ਆਪਾਂ ਪੋਖਰ ਵੀ, ਭਗਤ ਕਬੀਰ ਜੀ ਨੇ ਲਿਖਿਆ, ਪੋਖਰ ਪੋਖਰ ਢੂੰਡਤੇ। ਛੱਪੜ ਢੂੰਡਾ ਕਿਆ ਹੋਵੇ। ਤੁਸੀਂ ਛੱਪੜਾਂ ਦੇ ਵਿੱਚ ਜਾ ਕੇ ਹੀਰੇ ਮੋਤੀ ਲੱਭਣ ਦੀ ਕੋਸ਼ਿਸ਼ ਕਰੋਗੇ, ਉੱਥੋਂ ਹੀਰੇ ਮੋਤੀ ਨਹੀਂ ਲੱਭਣੇ। ਕੀ ਹੋਵੇਗਾ? ਚਿੱਕੜ ਡੁੱਬੇ ਹੱਥ, ਤੁਹਾਡਾ ਹੱਥ ਚਿੱਕੜ ਵਿੱਚ ਹੀ ਡੁੱਬ ਜਾਵੇਗਾ। ਇਹਦਾ ਮਤਲਬ ਇਹ ਹੈ, ਸੱਚੇ ਸਤਿਗੁਰੂ ਦੇ ਕੋਲੋਂ ਸਾਨੂੰ ਕੀਮਤੀ ਰਤਨ, ਸ਼ੁਭ ਗੁਣ, ਨਾਮ ਭਗਤੀ ਦੇ ਪ੍ਰਾਪਤ ਹੋ ਸਕਦੇ ਨੇ। ਅਤੇ ਜੇ ਅਸੀਂ ਪਖੰਡੀਆਂ ਕੋਲ ਚਲੇ ਗਏ, ਉਹਨਾਂ ਛੱਪੜਾਂ ਨੂੰ ਜਾ ਕੇ ਢੂੰਡਣ ਲੱਗ ਪਏ, ਅਤੇ ਸਾਡਾ ਹੱਥ ਚਿੱਕੜ ਵਿੱਚ ਡੁੱਬ ਜਾਵੇਗਾ। ਚਿੱਕੜ ਤੋਂ ਭਾਵ ਜਿਹੜਾ ਮਾਇਆ ਦਾ ਚਿੱਕੜ ਹੈ, ਵਿਸ਼ਿਆਂ ਦਾ ਚਿੱਕੜ ਹੈ। ਉੱਥੇ ਪਦਾਰਥਾਂ ਦੇ ਕੇ ਤੁਹਾਨੂੰ ਲੁਭਾਉਣਗੇ, ਲਾਲਚ ਦੇ ਕੇ ਤੁਹਾਨੂੰ ਚੇਲੇ ਬਣਾਉਣਗੇ ਵੀ ਤੁਸੀਂ ਸਾਡਾ ਪ੍ਰਚਾਰ ਕਰੋ। ਹੋਰਾਂ ਲੋਕਾਂ ਨੂੰ ਪ੍ਰੇਰ ਕੇ ਸਾਡਾ ਪਦਾਰਥਵਾਦ ਦਾ ਹੀ ਪ੍ਰਭਾਵ ਹੋਵੇਗਾ। ਮਾਇਆ ਅਤੇ ਪਦਾਰਥਵਾਦ ਚਿੱਕੜ ਹੈ।
ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਪਖੰਡੀਆਂ ਦੇ ਕੋਲ ਚਲੇ ਗਏ, ਉਹਨਾਂ ਛਪੜੀਆਂ ਵਿੱਚੋਂ ਹੀਰੇ ਮੋਤੀ ਨਹੀਂ ਲੱਭਣੇ। ਤੁਹਾਡਾ ਹੱਥ ਵਿਸ਼ਿਆਂ ਦੇ, ਮਾਇਆ ਦੇ ਮੋਹ ਦੇ ਵਿੱਚ, ਚਿੱਕੜ ਵਿੱਚ ਡੁੱਬ ਜਾਵੇਗਾ। ਫਰੀਦਾ ਨੰਡੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ। ਲੋ ਬਾਬਾ ਫਰੀਦ ਜੀ ਇਸ ਸ੍ਰੀ ਰੂਪਕ ਅਲੰਕਾਰ ਵਿੱਚ ਉਪਦੇਸ਼ ਦੇ ਰਹੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਮੈਂ ਨੰਢੀ ਸੀ, ਨੰਢੀ ਤੋਂ ਭਾਵ ਜਵਾਨ ਸੀ, ਉਸ ਵੇਲੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਨਹੀਂ ਮਾਣਿਆ। ਵੱਡੀ ਥੀ ਮੁਈ ਆਸ, ਜਦੋਂ ਵੱਡੀ ਉਮਰ ਦੀ ਹੋ ਗਈ, ਜਦੋਂ ਬੁੱਢੀ ਹੋ ਗਈ ਤੇ ਫਿਰ ਉਹ ਮਨ ਦੀ ਆਸ ਹੀ ਮੁੱਕ ਗਈ। ਭਾਵ ਜਵਾਨੀ ਦੇ ਵਿੱਚ ਭਗਤੀ ਕਰਨੀ ਚਾਹੀਦੀ ਹੈ। ਫਰੀਦਾ ਉਮਰ ਸੁਹਾਵੜੀ, ਸੰਗ ਸੁਮਨੜੀ ਦੇਹ, ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ। ਬਾਬਾ ਫਰੀਦ ਜੀ ਫਰਮਾਉਂਦੇ ਨੇ ਵੀ ਜਦੋਂ ਸ਼ੌਕ ਅਵਸਥਾ ਸੀ, ਜਵਾਨੀ ਸੀ, ਉਦੋਂ ਬੰਦਗੀ ਨਹੀਂ ਕੀਤੀ, ਉਸ ਕੰਤ ਪਤੀ ਪਰਮੇਸ਼ਰ ਦੇ ਆਨੰਦ ਨੂੰ ਨਹੀਂ ਮਾਣਿਆ। ਤੇ ਜਦੋਂ ਵੱਡੀ ਹੋ ਗਈ, ਹੰਕਾਰ ਮਨ ਵਿੱਚ ਪੈਦਾ ਹੋ ਗਿਆ, ਤੇ ਫਿਰ ਵਾਹਿਗੁਰੂ ਦੇ ਮਿਲਣ ਦੀ ਤਾਂਘ ਹੀ ਮੁੱਕ ਗਈ। ਧਨ ਕੂ ਕੇਂਦੀ ਗੋਰ ਮੇ, ਤੈ ਸਹਿ ਨਾ ਮਿਲੀ ਆਸ। ਫਿਰ ਇਹ ਸਰੀਰ ਤਾਂ ਕਬਰ ਹੀ ਬਣ ਗਿਆ। ਜੀਵ ਰੂਪੀ ਧਨ ਅਥਵਾ ਜਿਹੜੀ ਸਾਡੀ ਰੂਹ ਰੂਪੀ ਧਨ ਹੈ, ਉਹ ਕਬਰ ਦੇ ਵਿੱਚ ਕੂਕਦੀ ਹੈ। ਕਿਉਂਕਿ ਪਿੱਛੇ ਵੀ ਆਇਆ ਸੀ ਨਾ ਵੀ ਉਹ ਸਰੀਰ ਤੇ ਜਾਨ ਮਸਾਨ, ਉਹ ਮਸਾਨ ਦੀ ਤਰ੍ਹਾਂ ਨੇ। ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਰੱਬੀ ਪਿਆਰ ਨਹੀਂ ਆ, ਸਾਡਾ ਸਰੀਰ ਇਹ ਮੁਰਦਾ ਸਰੀਰ ਵਰਗਾ ਹੀ ਹੈ। ਇਹ ਜਿਹੜਾ ਮੁਰਦਾ ਸਰੀਰ ਕਬਰ ਹੈ, ਇਹਦੇ ਵਿੱਚ ਰੂਹ ਕੂਕਦੀ ਹੈ। ਤੈਸਾ ਨਾ ਮਿਲੀ ਆਸ, ਇਹ ਪਤੀ ਪਰਮੇਸ਼ਰ ਮੈਂ ਤੈਨੂੰ ਮਿਲ ਨਹੀਂ ਸਕੀ, ਇਸ ਲਈ ਤੂੰ ਮੇਰੇ ਤੇ ਮਿਹਰ ਕਰ, ਮੈਨੂੰ ਮਾਫ ਕਰ ਦੇ। ਅਥਵਾ ਤਨਕੂ ਕਹਿੰਦੀ ਗੌਰ ਮੈਂ, ਜਦੋਂ ਜੀਵ ਰੂਪ ਇਸਤਰੀ ਦੀ ਮੌਤ ਹੁੰਦੀ ਹੈ, ਫਿਰ ਕਬਰ ਦੇ ਵਿੱਚ ਜਾ ਕੇ ਵੀ ਉਹਦੀ ਰੂਹ ਕੂਕਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਲਿਖੇ ਨੇ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਮੁਸਲਮਾਨਾਂ ਦੀ ਵੀ ਰੂਹ ਸੜਦੀ ਹੈ ਜਦੋਂ ਘੁਮਿਆਰ ਕਬਰਾਂ ਦੀ ਮਿੱਟੀ ਨੂੰ ਲੈ ਕੇ ਕੜੇ ਭਾਂਡੇ ਬਣਾ ਕੇ ਉਹਨਾਂ ਨੂੰ ਆਵੇ 'ਤੇ ਚੜਾਉਂਦੇ ਨੇ, ਅੱਗ ਦਿੰਦੇ ਨੇ, ਫਿਰ ਉਹ ਵੀ ਸਾਂ ਸਾਂ ਕਰਕੇ ਕੂਕਦੀ ਹੈ। ਤਨਕੂ ਕਹਿੰਦੀ ਗੌਰ ਮੈਂ, ਜਿਹੜੀ ਜੀਵ ਦੀ ਰੂਹ ਹੈ, ਕਬਰ ਦੇ ਵਿੱਚ ਵੀ ਜਾ ਕੇ ਕੂਕਦੀ ਹੈ, ਪੁਕਾਰਦੀ ਹੈ। ਤੈਸੈ ਨਾ ਮਿਲੀ ਆਸੇ ਪਤੀ ਪਰਮੇਸ਼ਰ, ਮੈਂ ਤੈਨੂੰ ਮਿਲ ਨਾ ਸਕੀ, ਇਸ ਲਈ ਤੂੰ ਮੇਰੇ ਤੇ ਮਿਹਰ ਕਰ, ਤੂੰ ਹੀ ਮੈਨੂੰ ਆ ਕੇ ਮਿਲ ਤੇ ਮੇਰੀ ਇੱਛਾ ਪੂਰੀ ਕਰ। ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ। ਲੋ ਬਾਬਾ ਫਰੀਦ ਜੀ ਕੋਈ ਵਡੇਰੀ ਉਮਰ ਦਾ ਬਜ਼ੁਰਗ ਬਾਬਾ ਫਰੀਦ ਜੀ ਕੋਲ ਆਇਆ, ਆ ਕੇ ਕਹਿਣ ਲੱਗਾ, ਮਹਾਰਾਜ ਮੇਰੇ ਮਨ ਦੇ ਵਿੱਚੋਂ ਵਿਸ਼ਿਆਂ ਦੀ ਵਾਸ਼ਨਾ ਖਤਮ ਨਹੀਂ ਹੋਈ, ਪਤਾ ਨਹੀਂ ਕੀ ਗੱਲ ਹੈ, ਬੁੱਢੇ ਹੋ ਕੇ ਵੀ ਵਾਸ਼ਨਾ ਨਹੀਂ ਮਰੀ। ਤਾਂ ਬਾਬਾ ਫਰੀਦ ਜੀ ਉਸ ਨੂੰ ਕਹਿੰਦੇ ਨੇ, ਫਰੀਦਾ ਸਿਰ ਪਲਿਆ ਦਾੜੀ ਪਲੀ, ਭਲਿਆ ਲੋਕਾ ਤੇਰਾ ਸਿਰ ਵੀ ਪਲ ਗਿਆ ਹੈ। ਜਦੋਂ ਖੇਤੀ ਪੱਕ ਜਾਵੇ ਨਾ, ਕਹਿੰਦੇ ਹੁਣ ਇਹ ਪਲ ਗਈ ਹੈ। ਜਦੋਂ ਬੱਚਾ ਜਵਾਨ ਹੋ ਗਏ, ਕਹਿੰਦੇ ਹੁਣ ਪਲ ਗਿਆ। ਪਲਿਆ ਤੋਂ ਭਾਵ ਪੱਕਣ ਦਾ ਹੀ ਹੈ। ਹੁਣ ਤੇਰਾ ਸਿਰ ਵੀ ਪਲਿਆ ਦਾ ਅਰਥ ਪੱਕ ਗਿਆ, ਦਾੜੀ ਵੀ ਪਲੀ ਦਾ ਅਰਥ ਹੈ ਪਲ ਗਈ ਹੈ, ਪੱਕ ਗਈ ਹੈ। ਮੁੱਛਾਂ ਵੀ ਪਲੀਆਂ, ਮੁੱਛਾਂ ਵੀ ਪਲ ਗਈਆਂ ਨੇ, ਭਾਵ ਸਿਰ ਦੇ ਕੇਸ, ਦਾੜੀ ਦੇ ਵਾਲ, ਮੁਸ਼ਹਿਰਿਆਂ ਦੇ ਕੇਸ ਵੀ ਚਿੱਟੇ ਹੋ ਗਏ ਨੇ। ਪਲਣ ਤੋਂ ਭਾਵ ਚਿੱਟੇ ਹੋ ਜਾਣੇ। ਵਡੇਰੀ ਉਮਰ ਦੇ ਵਿੱਚ ਅਕਸਰ ਸਿਰ ਦੇ ਕੇਸ, ਦਾੜਾ, ਮੁਸ਼ਹਿਰੇ ਚਿੱਟੇ ਹੋ ਹੀ ਜਾਂਦੇ ਨੇ।
ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਹੁਣ ਵੇਖ ਤੇਰਾ ਸਿਰ ਵੀ ਚਿੱਟਾ ਹੋ ਗਿਆ, ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਹਰੇ ਮਨ ਗਹਿਲੇ ਬਾਵਲੇ, ਮਾਣ ਹੈ ਕਿਆ ਰਲੀਆਂ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਗਹਿਲੇ ਦਾ ਅਰਥ ਹੈ ਰੇਮਨ ਗਹਿਲੇ ਬਾਵਲੇ, ਵੀ ਐ ਬਾਵਲੇ ਕਮਲੇ ਤੇ ਗਹਿਲੇ ਦਾ ਅਰਥ ਹੈ ਪ੍ਰਮਾਦੀ ਮਨਾ। ਕਮਲਿਆ ਤੇ ਪ੍ਰਮਾਦੀ ਮਨਾ, ਮਨ ਹੈ ਕਿਆ ਰਲੀਆਂ। ਤੂੰ ਹੁਣ ਵੀ ਰੰਗ ਰਲੀਆਂ ਮੰਨਦਾ ਫਿਰਦਾ, ਹੁਣ ਵੀ ਵਿਸ਼ਿਆਂ ਦੇ ਸੁੱਖ ਭੋਗਦਾ ਫਿਰਦਾ। ਬੁੱਢੇ ਹੋ ਕੇ ਤਾਂ ਸਾਨੂੰ ਕੁਝ ਨਾ ਕੁਝ ਪਰਹੇਜ਼ ਕਰਨਾ ਚਾਹੀਦਾ ਹੈ। ਜਿਹੜੇ ਪੁਰਾਣੇ ਸਾਧੂ ਸਨ, ਦਾਰਸ਼ਨਿਕ ਬੰਦੇ ਸਨ, ਉਹਨਾਂ ਨੇ ਸਾਡੇ ਜ਼ਿੰਦਗੀ ਦੇ 4 ਪੜਾਅ ਲਿਖੇ ਨੇ। ਪਹਿਲਾਂ ਬ੍ਰਹਮਚਰਜ, ਫਿਰ ਗ੍ਰਸਤ, ਫਿਰ ਬਾਨਪ੍ਰਸਥ, ਫਿਰ ਸੰਨਿਆਸ। 100 ਸਾਲ ਦੀ ਉਮਰ ਪੂਰੀ ਮਨੁੱਖ ਦੀ ਮੰਨੀ ਗਈ ਹੈ ਕਲਯੁਗ ਦੇ ਵਿੱਚ। 25 ਸਾਲ ਤੱਕ ਵਿਦਿਆ ਪੜ੍ਹਨੀ ਚਾਹੀਦੀ, ਬ੍ਰਹਮਚਰਜ ਰੱਖਣਾ ਚਾਹੀਦਾ। 25 ਸਾਲ ਦੇ ਹੋ ਕੇ ਫਿਰ ਗ੍ਰਸਤ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਕੇ 50 ਸਾਲ ਤੱਕ ਆਪਣਾ ਸਮਾਂ ਗ੍ਰਸਤ ਜੀਵਨ ਦੇ ਵਿੱਚ ਬਤੀਤ ਕਰਨਾ ਚਾਹੀਦਾ ਹੈ। ਅਤੇ 25 ਸਾਲਾਂ ਦੇ ਵਿੱਚ ਬੱਚੇ ਵੀ ਜਵਾਨ ਹੋ ਜਾਂਦੇ ਨੇ, ਪੜ੍ਹ ਜਾਂਦੇ ਨੇ, ਅਤੇ ਫਿਰ ਉਸ ਤੋਂ ਬਾਅਦ ਬਾਨਪ੍ਰਸਥ ਹੋ ਜਾਓ। ਇਹਦਾ ਮਤਲਬ ਇਹ ਹੈ, ਜਿਹੜੀ ਘਰ ਦੀ ਜ਼ਿੰਮੇਦਾਰੀ ਹੈ ਉਹ ਬੱਚਿਆਂ ਨੂੰ ਸੌਂਪ ਦਿਓ, ਅਤੇ ਆਪ ਬਹੁਤਾ ਦਖਲ ਨਾ ਦਿਓ, ਸਿਰਦਰਦੀ ਨਾ ਲਵੋ। ਜੰਗਲ ਦੇ ਵਿੱਚ ਜਾ ਕੇ ਰਹਿਣਾ, ਇਹਨੂੰ ਬਾਨਪ੍ਰਸਥ ਕਹਿੰਦੇ ਨੇ। ਤੁਸੀਂ ਕਿਨਾਰਾ ਕਰ ਜਾਓ, ਪਰਿਵਾਰ ਤੋਂ ਥੋੜ੍ਹਾ ਜਿਹਾ ਗੈਪ ਬਣਾ ਲਵੋ, ਦੂਰੀ ਬਣਾ ਲਵੋ, ਅਤੇ ਫਿਰ ਜਦੋਂ 75 ਸਾਲ ਦੀ ਉਮਰ ਹੋ ਗਈ, ਬਿਲਕੁਲ ਤਿਆਗ ਦਿਓ ਸਾਰਾ ਕੁਝ। ਹੈ ਤੇ ਸਾਡੇ ਭਲੇ ਵਾਸਤੇ ਹੀ ਸੀ, ਪਰ ਹੁਣ ਸਮਾਂ ਐਸਾ ਆ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਡੇ ਲਈ ਇਹ ਅਸੂਲ ਬਣਾ ਦਿੱਤਾ, ਭਾਈ ਜੇ ਤੁਸੀਂ 25 ਸਾਲ ਤੋਂ ਬਾਅਦ ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਕਰ ਲਿਆ ਹੈ, ਅਤੇ ਫਿਰ ਤੁਸੀਂ ਪੁਰਾਣੇ ਸਾਧੂਆਂ ਵਾਂਗੂ ਇਹਨੂੰ ਬਿਲਕੁਲ ਹੀ ਛੱਡ ਕੇ ਤਿਆਗ ਕੇ ਜਾਣਾ ਨਹੀਂ ਹੈ। ਆਪਣੀਆਂ ਜ਼ਿੰਮੇਦਾਰੀਆਂ ਨਿਭਾਉਣੀਆਂ ਨੇ, ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ, ਬਾਣੀ ਨਾਲ, ਭਗਤੀ ਨਾਲ ਜੋੜਨਾ। ਅਤੇ ਜੇ ਹੁਣ ਆਪਾਂ ਪਰਿਵਾਰ ਤੋਂ ਦੂਰ ਚਲੇ ਜਾਵਾਂਗੇ ਅਤੇ ਬੱਚੇ ਫਿਰ ਵਿਗੜ ਜਾਂਦੇ ਨੇ, ਉਹਨਾਂ ਨੂੰ ਬਾਣੀ ਅਤੇ ਸਿੱਖੀ ਵੱਲ ਕੌਣ ਲਾਵੇਗਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਸਿੱਖਿਆ ਦਿੱਤੀ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਲਗੀਧਰ ਪਾਤਸ਼ਾਹ ਨੇ ਵੀ ਆਖਿਆ, ਗੁਰਸਿੱਖਾ ਤੂੰ ਕਿਹੋ ਜਿਹਾ ਸੰਨਿਆਸ ਲੈਣਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਰਹਿਣਾ ਘਰ ਦੇ ਵਿੱਚ ਹੀ ਹੈ, ਪਰ ਮਨ ਨੂੰ ਉਦਾਸ ਮੋਹ ਮਾਇਆ ਤੋਂ ਉਪਰਾਮ ਕਰਕੇ ਪਰਿਵਾਰ ਵਿੱਚ ਰਹਿਣਾ। ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਇਹ ਸਿੱਖਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਨੇ ਬਈ ਦੇਖ ਲਓ, ਬਿਰਧ ਅਵਸਥਾ ਵਿੱਚ ਸਿਰ ਵੀ ਚਿੱਟਾ ਹੋ ਜਾਂਦਾ ਹੈ, ਦਾੜੀ ਵੀ ਚਿੱਟੀ ਹੋ ਜਾਂਦੀ ਹੈ, ਮੁੱਛਾਂ ਵੀ ਚਿੱਟੀਆਂ ਹੋ ਜਾਂਦੀਆਂ ਨੇ, ਪਰ ਇਹ ਸਾਡਾ ਮਨ ਜਿਹੜੀਆਂ ਰੰਗ ਰਲੀਆਂ ਨੇ ਵਿਸ਼ਿਆਂ ਦੇ ਸੁੱਖ ਭੋਗਣ ਤੋਂ ਗੁਰੇਜ਼ ਨਹੀਂ ਕਰਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਮਨ ਗਹਿਲੇ ਬਾਵਲੇ। ਇਹ ਜਿਹੜਾ ਗਹਿਲੇ ਦਾ ਅਰਥ ਹੈ ਪ੍ਰਮਾਦੀ, ਅਤੇ ਬਾਵਲੇ ਕਮਲਿਆ ਮਨਾ, ਤੂੰ ਹਾਲੇ ਵੀ ਰੰਗ ਰਲੀਆਂ ਮਾਣਦਾ ਫਿਰਦਾ। ਵਡੇਰੀ ਉਮਰ ਦੇ ਵਿੱਚ ਜਾ ਕੇ ਤਾਂ ਤੈਨੂੰ ਭਜਨ ਬੰਦਗੀ ਕਰਨੀ ਚਾਹੀਦੀ ਹੈ, ਵਿਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ। ਫਰੀਦਾ ਕੋਠੇ ਧੁੱਕਣ ਕੇਤੜਾ, ਫਿਰ ਨੀਂਦੜੀ ਨਿਵਾਰ। ਲੋ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮਾਂ ਆਪਣੀ ਚਾਲੇ ਤੁਰਿਆ ਜਾਂਦਾ ਹੈ, ਅਤੇ ਜੇ ਆਪਾਂ ਜੀਵਨ ਸਫਲ ਕਰਨਾ ਹੈ, ਫਿਰ ਸਾਨੂੰ ਸਮੇਂ ਵਿੱਚੋਂ ਸਮਾਂ ਕੱਢਣਾ ਪਵੇਗਾ।
ਸਮੇਂ ਦੀ ਵਿਚਾਰ ਕਰਨੀ ਪਵੇਗੀ, ਸਮੇਂ ਦੀ ਕਦਰ ਕਰਨੀ ਪਵੇਗੀ। ਹੁਣ ਕਈ ਲੋਕ ਕਹਿੰਦੇ ਵੀ ਸਾਡੇ ਕੋਲੇ ਨਿਤਨੇਮ ਦਾ, ਬਾਣੀ ਪੜ੍ਹਨ ਦਾ, ਸੰਗਤ ਦਾ, ਕਥਾ ਕੀਰਤਨ ਦਾ ਸਮਾਂ ਨਹੀਂ ਹੈ। 24 ਘੰਟੇ ਦਿਨ ਰਾਤ ਦੇ ਸਾਡੇ ਕੋਲ ਹੁੰਦੇ ਨੇ। ਚਲੋ 8 ਘੰਟੇ ਆਰਾਮ ਦੇ ਕੱਢ ਲਵੋ, ਬਾਕੀ 2 ਘੰਟੇ ਖਾਣ ਪੀਣ ਦੇ ਕੱਢ ਦੇਵੋ, 10 ਘੰਟੇ ਬਾਕੀ ਸਮਾਂ ਜਿਹੜਾ ਬਚਦਾ ਹੈ ਕੰਮਾਂ ਕਾਰਾਂ ਦੇ ਵਿੱਚ ਅਸੀਂ ਖਰਚ ਕਰਦੇ ਹਾਂ। ਜੇ ਉਹਦੇ ਵਿੱਚੋਂ ਆਪਾਂ 2.5 ਘੰਟੇ ਦਾ ਸਮਾਂ, ਸਮੇਂ ਦਾ ਦਸਵੰਧ, ਉਹ ਆਪਾਂ ਬਾਣੀ ਵਿੱਚ, ਭਗਤੀ ਵਿੱਚ, ਸਿਮਰਨ ਦੇ ਵਿੱਚ ਲਾ ਦੇਈਏ ਤੇ ਸਾਡਾ ਜੀਵਨ ਸਫਲ ਹੋ ਸਕਦਾ। ਪਰ ਹੁਣ ਸਾਡਾ ਹਾਲ ਇਹ ਹੈ ਵੀ ਅਸੀਂ ਹੋਰ ਕੰਮਾਂ ਦੇ ਵਿੱਚ ਸਮਾਂ ਤੇ ਕੱਢ ਲੈਂਦੇ ਹਾਂ, ਪਰ ਨਿਤਨੇਮ ਵਾਸਤੇ, ਭਗਤੀ ਵਾਸਤੇ ਸਮਾਂ ਨਹੀਂ ਕੱਢਦੇ। ਇਹ ਸਾਡੀ ਅਣਗਹਿਲੀ ਹੈ, ਇਹ ਸਾਡੀ ਬੇਸਮਝੀ ਹੈ। ਲੋ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ, ਫਰੀਦਾ ਕੋਠੇ ਧੁੱਕਣ ਕੇਤੜਾ। ਧੁੱਕਣ ਦਾ ਅਰਥ ਹੁੰਦਾ ਦੌੜਨਾ। ਤੁਸੀਂ ਕੋਠੇ ਉੱਤੇ ਕਿੰਨਾ ਕੁ, ਧੁੱਕਣ ਦਾ ਅਰਥ ਹੈ ਦੌੜ ਸਕਦੇ ਹੋ। ਹੁਣ ਜਿਵੇਂ ਸਾਡੇ ਘਰਾਂ ਦੇ ਕੋਠੇ ਨੇ, ਪਹਿਲਾਂ ਤੇ ਮਕਾਨ ਵੀ ਕੱਚੇ ਹੁੰਦੇ ਸਨ, ਕੱਚੀ ਬੈਠਕ ਨੂੰ ਕੋਠਾ ਵੀ ਕਹਿ ਦਿੰਦੇ ਸਨ। ਹੁਣ ਕੋਠੀਆਂ ਬਣ ਗਈਆਂ ਨੇ, ਮਹਿਲ ਬਣ ਗਏ ਨੇ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਕੋਠੇ ਉੱਤੇ ਕਿੰਨਾ ਕੁ ਤੁਸੀਂ ਲੰਬਾ ਦੌੜ ਸਕਦੇ ਹੋ। ਬਹੁਤਾ ਲੰਬਾ ਨਹੀਂ ਦੌੜਿਆ ਜਾ ਸਕਦਾ। ਪੈਰ ਨੀਂਦੜੀ ਨਿਵਾਰ, ਬਾਬਾ ਫਰੀਦ ਜੀ ਕਹਿੰਦੇ ਨੇ ਵੀ ਉਹ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਯਤਨ ਕਰੋ। ਨੀਂਦੜੀ ਨਿਵਾਰ, ਆ ਜਿਹੜੀ ਮੋਹ ਮਾਇਆ ਦੀ, ਗਾਫਲਤਾ ਦੀ ਨੀਂਦ ਵਿੱਚ ਸੁੱਤੇ ਪਏ ਹੋ, ਤੇ ਇਸ ਨੀਂਦ ਦਾ ਖਹਿੜਾ ਛੱਡੋ। ਭਾਵ ਆਲਸ ਨਾ ਕਰੋ, ਤੇ ਜਦੋਂ ਵੀ ਸਮਾਂ ਮਿਲੇ ਉਸ ਵੇਲੇ ਬਾਣੀ ਪੜ੍ਹੋ, ਸਿਮਰਨ ਕਰੋ ਤੇ ਵਾਹਿਗੁਰੂ ਦੀ ਭਗਤੀ ਕਰੋ। ਜੋ ਦੇਹ ਲੱਦੇ ਗਾਣ ਵੇ, ਗਏ ਵਿਲਾੜ ਵਿਲਾੜ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੇ ਦਿਨ ਸਾਨੂੰ ਲੱਭੇ ਸਨ ਨਾ ਗਾਣਵੇਂ, ਇਹ ਗਿਣਵੇਂ ਸਨ, ਗਿਣਤੀ ਦੇ ਸਨ ਵੀ ਇੰਨੇ ਦਿਨ ਹੀ ਅਸੀਂ ਜਿਉਣਾ ਹੈ। ਆ ਜਿਹੜੇ ਸਾਡੀ ਉਮਰ ਦੇ ਸਾਰੇ ਦਿਨ ਗਿਣਵੇਂ ਨੇ। ਗਏ ਵਿਲਾੜ ਵਿਲਾੜ, ਉਹ ਤੇ ਵਿਲਾੜ ਵਿਲਾੜ ਦਾ ਅਰਥ ਹੈ ਛਾਲਾਂ ਮਾਰ ਮਾਰ ਕੇ, ਭੱਜ ਭੱਜ ਕੇ ਲੰਘ ਗਏ ਨੇ। ਜਿਹੜੀ ਸਾਡੀ ਪਿਛਲੀ ਉਮਰ ਹੈ ਨਾ, ਕਦੇ ਝਾਤੀ ਮਾਰ ਕੇ ਦੇਖੋ। 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪ ਨਾ ਕੀਓ, 30 ਬਰਸ ਕਸ਼ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਪਿਛਲਾ ਸਮਾਂ ਪਤਾ ਹੀ ਨਹੀਂ ਕਿਵੇਂ ਲੰਘ ਗਿਆ। ਹੁਣ ਜਦੋਂ ਆਦਮੀ 60, 65, 70 ਸਾਲ ਦਾ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਵੀ ਹੈ ਇੰਨਾ ਸਮਾਂ ਲੰਘ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਆ ਜਿਹੜੇ ਗਿਣਤੀ ਦੇ ਦਿਨ ਨੇ ਨਾ, ਇਹ ਤੇ ਛਾਲਾਂ ਮਾਰ ਮਾਰ ਕੇ ਲੰਘਦੇ ਨੇ। ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਸਮਾਂ ਆਪਣੀ ਚਾਲੇ ਤੁਰਿਆ ਜਾਂਦਾ ਹੈ। ਇਹ ਤੇ ਤੁਸੀਂ ਉਹ ਸਮੇਂ ਨੂੰ ਸਫਲ ਕਰਨਾ, ਤੁਸੀਂ ਆਪ ਮਿਹਨਤ ਕਰਨੀ ਹੈ। ਸਮੇਂ ਵਿੱਚੋਂ ਸਮਾਂ ਕੱਢ ਕੇ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ। ਲੋ ਸਾਡਾ ਕੋਠਿਆਂ ਦੇ ਵਿੱਚ, ਮਹਿਲਾਂ ਦੇ ਵਿੱਚ, ਮਾੜੀਆਂ ਦੇ ਵਿੱਚ ਬੜਾ ਚਿੱਤ ਲੱਗਿਆ ਹੋਇਆ ਹੈ। ਹੁਣ ਬਹੁਤੇ ਜਿਹੜੇ ਸੰਸਾਰੀ ਲੋਕ ਨੇ, ਜੇ ਪਹਿਲਾਂ ਕੋਈ ਰਹਿਣ ਵਾਸਤੇ ਵੱਡਿਆਂ ਦਾ, ਬਜ਼ੁਰਗਾਂ ਦਾ ਘਰ ਬਣਾਇਆ ਹੁੰਦਾ, ਕਹਿੰਦੇ ਨਹੀਂ ਹੁਣ ਅਸੀਂ ਤਾਂ ਕੋਠੀ ਬਣਾਉਣੀ ਹੈ, ਨਵੇਂ ਟਾਈਪ ਦੀ ਕੋਠੀ ਬਣਾਉਣੀ ਹੈ। ਕੋਈ ਕਹਿੰਦਾ ਮੈਂ ਤੇ ਕਰੋੜ ਰੁਪਈਆ ਲਾਉਣਾ ਹੈ, ਕੋਈ ਕਹਿੰਦਾ ਮੈਂ 1.5 ਕਰੋੜ ਲਾਉਣਾ ਹੈ। ਬਸ ਗੁਜ਼ਾਰਾ ਤੇ ਪਹਿਲਾਂ ਵੀ ਹੋ ਜਾਂਦਾ ਸੀ, ਇੱਕ ਛੱਤ ਹੇਠਾਂ ਹੀ ਸਾਰਾ ਪਰਿਵਾਰ ਗੁਜ਼ਾਰਾ ਕਰ ਲੈਂਦਾ ਸੀ। ਪਰ ਹੁਣ ਇਹ ਜਿਹੜੀ ਮਾਇਆ ਹੈ ਇਹ ਟਿਕਣ ਨਹੀਂ ਦਿੰਦੀ। ਜਦੋਂ ਬੰਦੇ ਕੋਲ 4 ਕੌਡੀਆਂ, 4 ਛਿੱਲੜ ਆ ਜਾਂਦੇ ਨੇ ਤੇ ਫਿਰ ਹਵਾਈ ਕਿਲੇ ਉਸਾਰਨੇ ਸ਼ੁਰੂ ਕਰ ਦਿੰਦੇ। ਬਾਬਾ ਫਰੀਦ ਜੀ ਕਹਿੰਦੇ ਨੇ ਆ ਜਿਹੜੇ ਕੋਠੇ ਨੇ, ਮੰਡਪ, ਮਹਿਲ ਮਾੜੀਆਂ ਨੇ, ਏਤ ਨਾ ਲਾਏ ਚਿੱਤ ਪਾਈ, ਇਹਨਾਂ ਵਿੱਚ ਆਪਣਾ ਚਿੱਤ ਨਾ ਜੋੜੋ। ਮਿੱਟੀ ਪਈ ਅਤੋਲ ਵੀ, ਕੋਏ ਨਾ ਹੋਸੀ ਮਿੱਤ। ਉਹ ਸਮਾਂ ਯਾਦ ਕਰੋ
ਆਖਿਰ ਤੁਹਾਨੂੰ ਵੀ ਕਬਰ ਦੇ ਵਿੱਚ ਜਾ ਕੇ ਬਰਾਜਣਾ ਪਵੇਗਾ। ਮਿੱਟੀ ਪਈ ਆਤੋਲ ਵੀ। ਜਦੋਂ ਕਿਸੇ ਮਨੁੱਖ ਨੂੰ ਕਬਰ ਵਿੱਚ ਦਫਨਾਇਆ ਜਾਂਦਾ ਹੈ, ਆਤੋਲਵੀ ਤੋਂ ਭਾਵ ਹੈ ਬਿਨਾਂ ਤੋਲਣ ਤੋਂ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ। ਮਿੱਟੀ ਪਈ ਆਤੋਲਵੀ, ਬਿਨਾਂ ਤੋਲੇ ਤੋਂ ਬੇਅੰਤ ਮਿੱਟੀ ਉਹਦੇ ਉੱਤੇ ਪੈ ਜਾਂਦੀ ਹੈ। ਫਿਰ ਆਹ ਕੋਠੇ ਮਹਿਲ ਮਾੜੀਆਂ ਇਹ ਕਿੱਥੇ ਜਾਂਦੇ ਨੇ? ਬੜੀਆਂ ਰੀਝਾਂ ਲਾ ਲਾ ਕੇ ਜਿਹੜੇ ਬੜੇ ਬੜੇ ਮਹਿਲ ਆਪਾਂ ਉਸਾਰਦੇ ਹਾਂ, ਕੋਠੀਆਂ ਬੰਗਲੇ ਉਸਾਰਦੇ ਹਾਂ, ਅਤੇ ਜਦੋਂ ਸਾਡੇ ਉੱਤੇ ਕਬਰ ਦੇ ਵਿੱਚ ਗਿਆ ਤੋਲਣ ਤੋਂ ਬਿਨਾਂ ਬੇਅੰਤ ਮਿੱਟੀ ਦਾ ਭਾਰ ਪੈ ਗਿਆ, ਕੋਈ ਨਾ ਹੋਸੀ ਮਿੱਤ, ਫਿਰ ਕੋਈ ਸਾਡਾ ਮਿੱਤਰ ਨਹੀਂ ਬਣਦਾ। ਕੋਠੀਆਂ ਦੇ ਮਾਲਕ ਵੀ, ਜਾਇਦਾਦ ਦੇ ਮਾਲਕ ਵੀ ਹੋਰ ਬਣ ਜਾਂਦੇ ਨੇ, ਅਤੇ ਜਿਨ੍ਹਾਂ ਨੇ ਬਣਾਈਆਂ ਹੁੰਦੀਆਂ ਨੇ ਅਤੇ ਉਹਨਾਂ ਨੂੰ ਕਬਰ ਦੇ ਵਿੱਚ ਦਫਨਾਇਆ ਜਾਂਦਾ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਫਤਾਣੀ ਚਿੱਤ ਧਰ। ਲੋ ਉਸੇ ਪ੍ਰਕਾਰ ਨੂੰ ਲੈ ਕੇ ਦੂਜਾ ਸ਼ਲੋਕ ਬਾਬਾ ਫਰੀਦ ਜੀ ਉਚਾਰਨ ਕਰਦੇ ਹਨ, ਮੰਡਪ ਮਾਲ ਨਾ ਲਾਏ। ਵੀ ਮੰਡਪ ਦਾ ਅਰਥ ਹੈ ਆ ਜਿਹੜੀਆਂ ਮਹਿਲ ਮਾੜੀਆਂ ਨੇ, ਇਹਨਾਂ ਵਿੱਚ ਬਹੁਤਾ ਮਾਲ ਧਨ ਸਰਮਾਇਆ ਨਾ ਖਰਚ ਕਰੋ। ਆਪਣੇ ਰਹਿਣ ਦੇ ਲਈ ਗੁਜ਼ਾਰੇ ਮਾਤਰ ਛੱਤ ਜ਼ਰੂਰ ਚਾਹੀਦੀ ਹੈ, ਉਨੀ ਕੁ ਬਣਾ ਲਵੋ। ਪਰ ਕਈਆਂ ਦਾ ਸੁਭਾਅ ਹੁੰਦਾ ਬਸ ਇੱਥੇ ਕੋਠੀ ਪਾ ਲਈ, ਉੱਧਰ ਪਾ ਲਈ, ਉਹ ਮਨ ਖੜਦਾ ਹੀ ਨਹੀਂ। ਅੱਗੇ ਤੋਂ ਅੱਗੇ ਸਹਿਸ ਖਟੇ ਲਾਖੋ ਉੱਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ। ਬਾਬਾ ਫਰੀਦ ਜੀ ਵੈਰਾਗਮਈ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਜੇ ਤੁਹਾਡੇ ਕੋਲ ਬਹੁਤਾ ਧਨ ਵੀ ਹੈ, ਬਹੁਤਾ ਸਰਮਾਇਆ ਹੈ, ਇਹਨਾਂ ਨੂੰ ਮਹਿਲ ਮਾੜੀਆਂ ਦੇ ਵਿੱਚ ਨਾ ਖਰਚ ਕਰੋ, ਇਹਨਾਂ ਨੂੰ ਸੇਵਾ ਵਿੱਚ ਵੀ ਲਾ ਸਕਦੇ ਹੋ। ਮਾਨਵਤਾ ਦੀ ਸੇਵਾ, ਗੁਰੂ ਘਰ ਦੀ ਸੇਵਾ, ਪੰਥ ਦੀ ਸੇਵਾ, ਕੌਮ ਦੀ ਸੇਵਾ ਦੇ ਵਿੱਚ ਵੀ ਖਰਚ ਕਰ ਸਕਦੇ ਹੋ। ਮਰਗ ਸਤਾਣੀ ਚਿੱਤ ਧਰ, ਮਰਗ ਤੋਂ ਭਾਵ ਹੈ ਮੌਤ। ਸਤਾਣੀ ਬਹੁਤ ਤਾਣ ਵਾਲੀ ਹੈ, ਬੜੀ ਬਲ ਵਾਲੀ ਹੈ, ਬਹੁਤ ਸ਼ਕਤੀਸ਼ਾਲੀ ਹੈ, ਬੜੀ ਨਰੋਈ, ਬੜੀ ਤਕੜੀ ਹੈ। ਉਹਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖੋ। ਇਹਦਾ ਮਤਲਬ ਇਹ ਹੈ ਆਪਣੀ ਮੌਤ ਨੂੰ ਯਾਦ ਰੱਖੋ, ਅਤੇ ਬਹੁਤਾ ਇਹਨਾਂ ਘਰਾਂ ਦੇ ਵਿੱਚ, ਕੋਠੀਆਂ ਵਿੱਚ, ਮਹਿਲ ਮਾੜੀਆਂ ਦੇ ਵਿੱਚ ਸਰਮਾਇਆ ਅਤੇ ਆਪਣਾ ਚਿੱਤ ਨਾ ਜੋੜੋ। ਸਾਈ ਜਾਏ ਸੰਭਾਲ, ਜਿੱਥੈ ਹੀ ਤੋ ਵੰਜਣਾ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਐ ਮਨਾ ਉਹ ਜਗ੍ਹਾ ਨੂੰ ਸੰਭਾਲ, ਉਹ ਜਗ੍ਹਾ ਨੂੰ, ਟਿਕਾਣੇ ਨੂੰ ਯਾਦ ਕਰ, ਜਿੱਥੇ ਹੀ ਤੋਂ ਵੰਜਣਾ, ਜਿੱਥੇ ਤੂੰ ਪਾਈ ਜਾਣਾ। ਜਾਣਾ ਤੇ ਕਬਰ ਵਿੱਚ ਹੀ ਹੈ ਨਾ। ਕਾਰਜ 3.5 ਹੱਥ ਘਣੀ ਦਾ 3.25, 3.5 ਹੱਥ ਲੰਬੀ ਜਗ੍ਹਾ ਮਿਲਣੀ, ਜਾਂ ਬਹੁਤੀ ਵੱਡੀ ਕਬਰ 4.25 ਹੱਥ ਹੀ ਮਿਲ ਜਾਵੇਗੀ। ਇਦੋਂ ਵੱਧ ਤੇ ਤੈਨੂੰ ਹੋਰ ਉੱਥੇ ਕੁਝ ਨਹੀਂ ਨਸੀਬ ਹੋਣਾ। ਜਿੱਥੇ ਜਾਣਾ ਉਸ ਜਗ੍ਹਾ ਨੂੰ ਚੇਤੇ ਕਰ, ਉੱਥੇ ਕਿਵੇਂ ਸਮਾਂ ਬਤੀਤ ਕਰੇਗਾ। ਹੁਣ ਤੇ ਮਹਿਲ ਮਾੜੀਆਂ ਵਿੱਚ ਤੈਨੂੰ ਰਾਜੀ ਨਹੀਂ ਆਉਂਦਾ, ਆਹ ਬਣਾ ਲਿਆ, ਆਹ ਬਣਾ ਲਿਆ, ਅਤੇ ਬਸ ਜਿਹੜਾ ਮਾਲ ਅਸਬਾਬ ਹੈ, ਸਰਮਾਇਆ ਹੈ, ਧਨ ਹੈ, ਉਹਨੂੰ ਵਿਅਰਥ ਖਰਚ ਕਰੀ ਜਾ ਰਿਹਾ ਹਾਂ। ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਜਾਂ ਸਾਈ ਜਾਏ ਸੰਭਾਲ, ਇਹਦਾ ਦੂਜਾ ਭਾਵ ਇਹ ਵੀ ਹੈ, ਉਹ ਜਗ੍ਹਾ ਪਰਲੋਕ ਦੀ ਜਿੱਥੇ ਜਾਣਾ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਣ। ਜਿੱਥੇ ਜਾਣਾ ਨਾ ਉਸ ਜਗ੍ਹਾ ਨੂੰ ਚੇਤੇ ਕਰ, ਉੱਥੇ ਦਾ ਪ੍ਰਬੰਧ ਕਰ। ਜਿੱਥੇ ਜਾਣਾ ਸੀ ਉਸ ਬਾਰੇ ਤਾਂ ਕਦੀ ਸੋਚਦੇ ਵੀ ਨਹੀਂ। ਹਜ਼ੂਰ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਆਹ ਕਾਰ ਜਿਸ ਨੂੰ ਛੱਡ ਕੇ ਗਵਾਉਣਾ ਪਵੇਗਾ, ਭੁਲਾਉਣਾ ਪਵੇਗਾ, ਇਹਦਾ ਮੋਹ ਤੋੜਨਾ ਪਵੇਗਾ, ਉਸ ਪਾਸੇ ਦਾ ਸਾਡਾ ਮਨ ਬਹੁਤ ਖੁੱਭਿਆ ਰਹਿੰਦਾ ਹੈ। ਪਰ ਜਿੱਥੇ ਜਾਣਾ ਉਹਦਾ ਕੋਈ ਸਾਨੂੰ ਫਿਕਰ ਨਹੀਂ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਇਸੇ ਦੁਨੀਆ ਦੇ ਵਿੱਚ ਘਰ-ਬਾਰ ਬਣਾਉਂਦੇ ਹੋ ਅਤੇ ਰੱਬ ਦੇ ਘਰ ਦਾ ਵੀ ਸਾਈ ਜਾਏ ਸੰਭਾਲ, ਉੱਧਰ ਵੀ ਫਿਕਰ ਕਰੋ। ਇਹ ਤਾਂ ਕੋਈ ਵਿਰਲਾ ਹੀ ਕਰਦਾ। ਭਾਈ ਡੱਲਾ ਸਾਬੂ ਕੀ ਤਲਵੰਡੀ ਦਾ ਰਜਵਾੜਾ ਸੀ, ਉਹਨੇ ਕਲਗੀਧਰ ਪਾਤਸ਼ਾਹ ਦੀ ਸੇਵਾ ਕੀਤੀ। ਮਨ ਦੇ ਵਿੱਚ
ਵੈਰਾਗ ਪੈਦਾ ਹੋ ਗਿਆ। ਸਤਿਗੁਰੂ ਸੇਵਾ ਤੋਂ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਡੱਲਿਆ ਮੰਗ ਜੋ ਮੰਗਣਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਬਖਸ਼ਿਸ਼ ਕਰ ਦਿਓ। ਨਾ ਧਨ ਮੰਗਿਆ, ਨਾ ਪੁੱਤ ਮੰਗਿਆ, ਨਾ ਰਾਜ ਮੰਗਿਆ, ਨਾ ਸੰਸਾਰ ਸੁੱਖ ਮੰਗਿਆ। ਕਹਿੰਦਾ ਆਪਣੇ ਚਰਨਾਂ ਵਿੱਚ ਪੀੜ੍ਹੀ ਜੋਗੀ ਥਾਂ ਦੇ ਦਿਓ। ਸਤਿਗੁਰੂ ਕਹਿਣ ਲੱਗੇ, ਕੁਝ ਹੋਰ ਮੰਗ ਲੈ। ਕਹਿੰਦਾ ਨਹੀਂ। 3 ਵਾਰੀ ਬਚਨ ਹੋਇਆ। ਹਾਜ਼ੂਰ ਕਹਿਣ ਲੱਗੇ, ਭਾਈ ਡੱਲਿਆ ਜੇ ਤੂੰ ਸਾਡੇ ਚਰਨਾਂ ਵਿੱਚ ਥਾਂ ਲੈਣੀ ਚਾਹੁੰਦਾ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਸਾਡਾ ਸੁਪੁੱਤਰ ਬਣ, ਤੇ ਫਿਰ ਤੈਨੂੰ ਸਾਡੇ ਚਰਨਾਂ ਵਿੱਚ ਥਾਂ ਮਿਲ ਸਕਦੀ ਹੈ। ਭਾਈ ਡੱਲੇ ਨੇ ਸਣੇ ਪਰਿਵਾਰ ਦੇ ਅੰਮ੍ਰਿਤ ਛਕਿਆ। 100 ਦੇ ਕਰੀਬ ਇਹਦਾ ਭਾਈਚਾਰਾ ਸੀ। ਸਾਰਿਆਂ ਨੇ ਇਕੱਠਿਆਂ ਨੇ ਅੰਮ੍ਰਿਤ ਛਕਿਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ। ਤੇ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ ਸੀ, ਸਰਦਾਰ ਡਲ ਸਿੰਘ ਜੀ, ਹੁਣ ਤੁਸੀਂ ਡੱਲੇ ਤੋਂ ਸਰਦਾਰ ਡਲ ਸਿੰਘ ਬਣ ਗਏ ਹੋ। ਅੱਗੇ ਤੁਸੀਂ ਪੀੜ੍ਹੀ ਜੋਗੀ ਥਾਂ ਭਾਲਦੇ ਸੀ, ਹੁਣ ਮੰਜੇ ਡਾਹ ਲਿਓ। ਹੁਣ ਤੁਹਾਡੇ ਲਈ ਸੱਚਖੰਡ ਦੇ ਬੂਹੇ ਖੁੱਲ੍ਹ ਗਏ ਨੇ, ਗੁਰੂ ਘਰ ਦੇ ਬੂਹੇ ਵੀ ਖੁੱਲ੍ਹ ਗਏ ਨੇ। ਤੇ ਇਹ ਹੈ ਗੁਰੂ ਦੀਆਂ ਬਖਸ਼ਾਂ। ਸਾਈ ਜਾਏ ਸੰਭਾਲ, ਉਸ ਜਗ੍ਹਾ ਨੂੰ ਵੀ ਚੇਤੇ ਕਰੋ ਜਿੱਥੇ ਭਾਈ ਜਾਣਾ ਹੈ। ਫਰੀਦਾ ਜਿੰਨੀ ਕਮੀ ਨਾਹਿ ਗੁਣ, ਤੇ ਕਮੜੇ ਵਿਸਾਰ। ਬਾਬਾ ਫਰੀਦ ਜੀ ਸਾਨੂੰ ਬਹੁਤ ਸੁੰਦਰ ਉਪਦੇਸ਼ ਦਿੰਦੇ ਨੇ। ਜਿੰਨੀ ਕਮੀ ਨਾਹੇ ਗੁਣ, ਉਹ ਭਲਿਓ ਲੋਕੋ ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਗੁਣ, ਕੋਈ ਅਹਿਸਾਨ, ਕਿਸੇ ਦਾ ਭਲਾ, ਕੋਈ ਪਰਉਪਕਾਰ ਨਹੀਂ ਹੈ, ਤੇ ਕਮੜੇ ਵਿਸਾਰ, ਉਹ ਕੰਮਾਂ ਨੂੰ ਪਾਈ ਛੱਡ ਦਿਓ। ਉਹ ਕੰਮ ਜਿਨ੍ਹਾਂ ਦੇ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਜਿਸ ਦੇ ਨਾਲ ਕੋਈ ਤੁਹਾਨੂੰ ਵੀ ਲਾਭ ਨਹੀਂ ਮਿਲਦਾ, ਚੋਰੀ ਕਰਨੀ, ਯਾਰੀ ਕਰਨੀ, ਸ਼ਰਾਬ ਕਬਾਬ ਦਾ ਸੇਵਨ ਕਰਨਾ, ਇਹ ਜਿਹੜੇ ਮਾੜੇ ਕੰਮ ਨੇ। ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਗੁਣ ਨਹੀਂ ਹੈ ਤੇ ਉਹ ਕੰਮ ਭਾਈ ਛੱਡ ਦਿਓ। ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੇ ਦਰਬਾਰ। ਕਿਧਰੇ ਐਸਾ ਨਾ ਹੋਵੇ ਉਹ ਸਾਈਂ ਦੇ ਦਰਬਾਰ ਦੇ ਵਿੱਚ ਜਦੋਂ ਗਿਆ, ਸ਼ਰਮ ਦੇ ਨਾਲ ਤੈਨੂੰ ਸ਼ਰਮਿੰਦਾ ਹੋਣਾ ਪਵੇ। ਕਿਉਂ? ਜਿਸ ਆਦਮੀ ਨੇ ਚੋਰੀ ਕੀਤੀ ਹੋਵੇ, ਕਿਸੇ ਦੀ ਧੀ ਭੈਣ ਵੱਲ ਨੂੰ ਮਾੜੀ ਨਿਗਾਹ ਦੇ ਨਾਲ ਤੱਕਿਆ ਹੋਵੇ, ਜਦੋਂ ਫਿਰ ਪੰਚਾਇਤ ਦੇ ਵਿੱਚ ਉਸ ਨੂੰ ਸੱਦਿਆ ਜਾਂਦਾ ਹੈ, ਫਿਰ ਉਹ ਸਿਰ ਤਾਂ ਨਹੀਂ ਚੁੱਕ ਸਕਦਾ। ਇਸੇ ਤਰ੍ਹਾਂ ਰੱਬ ਦੀ ਦਰਗਾਹ ਦੇ ਵਿੱਚ ਵੀ ਜਦੋਂ ਮਾੜੇ ਕਰਮਾਂ ਦਾ ਲੇਖਾ ਹੁੰਦਾ ਹੈ ਨਾ, ਫਿਰ ਉੱਤੇ ਸਿਰ ਚੁੱਕਣਾ ਔਖਾ ਹੋ ਜਾਂਦਾ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਮਾੜੇ ਕੰਮ ਭਾਈ ਛੱਡ ਦਿਓ, ਕੁਰਿਆ ਤਾਂ ਛੱਡ ਦਿਓ, ਝੂਠ ਬੋਲਣਾ ਛੱਡ ਦਿਓ, ਬੇਈਮਾਨੀ ਕਰਨੀ ਛੱਡ ਦਿਓ। ਕਿਧਰੇ ਸਾਈਂ ਦੇ ਦਰਬਾਰ ਵਿੱਚ, ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੁਹਾਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਲਓ, ਕੋਈ ਬਾਬਾ ਫਰੀਦ ਜੀ ਦੇ ਕੋਲ ਸਾਧੂ ਆਇਆ। ਉਹ ਆ ਕੇ ਕਹਿਣ ਲੱਗਾ, ਮਹਾਰਾਜ ਜਿਹੜਾ ਅਸਲੀ ਦਰਵੇਸ਼ ਹੈ ਉਹ ਕਿਹੋ ਜਿਹਾ ਹੁੰਦਾ? ਤਾਂ ਬਾਬਾ ਫਰੀਦ ਜੀ ਉਸ ਨੂੰ ਸਮਝਾਉਂਦੇ ਹਨ, ਸਾਹਿਬ ਦੀ ਕਰ ਚਾਕਰੀ। ਇਹ ਦਰਵੇਸ਼ ਬੰਦਿਆ, ਜੇ ਤੂੰ ਚਾਹੁੰਦਾ ਮੈਂ ਸਹੀ ਅਰਥਾਂ ਵਿੱਚ ਦਰਵੇਸ਼ ਬਣ ਜਾਵਾਂ, ਫਿਰ ਸਾਹਿਬ ਦੀ, ਉਸ ਮਾਲਕ ਦੀ ਚਾਕਰੀ ਕਰ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਜੇ ਤੂੰ ਸਾਹਿਬ ਦੀ ਚਾਕਰੀ ਕਰੇਗਾ ਤੇ ਤੇਰੇ ਤੇ ਸਾਹਿਬ ਮਿਹਰਬਾਨ ਹੋਵੇਗਾ। ਦਿਲ ਦੀ ਲਾਹੇ ਭਰਾਂਦ, ਤੇ ਜਿਹੜੀ ਦਿਲ ਦੀ ਭਰਾਂਦ ਦਾ ਅਰਥ ਹੈ ਭਰਮ ਭਰਾਂਤੀ। ਵੈਸੇ ਜਿਹੜਾ ਭਰਾਂਤ ਸ਼ਬਦ ਹੈ ਅਕਸਰ ਤੱਤੇ ਦੇ ਨਾਲ ਵਧੇਰੇ ਲਿਖਿਆ ਮਿਲਦਾ, ਭਰਾਂਤ, ਭਰਮ ਭਰਾਂਤੀ, ਪਰ ਇੱਥੇ ਦੱਦੇ ਨਾਲ ਆਇਆ। ਇਹ ਕਈ ਸ਼ਬਦ ਇਹੋ ਜਿਹੇ ਨੇ ਬਈ ਜਿਨ੍ਹਾਂ ਨੂੰ ਸਵਰਣੀ ਅੱਖਰ ਕਿਹਾ ਜਾਂਦਾ ਹੈ। ਹੁਣ ਤੱਤਾ, ਥੱਦਾ, ਦੱਦਾ, ਇਹ ਸਵਰਣੀ ਅੱਖਰ ਨਹੀਂ, ਇੱਕੋ ਲਾਈਨ ਵਿੱਚ ਆਉਂਦੇ ਨੇ। ਹੁਣ ਤੱਤੇ ਦੀ ਥਾਂ 'ਤੇ ਇੱਥੇ ਦੱਦਾ ਅੱਖਰ ਵਰਤਿਆ ਗਿਆ ਹੈ। ਜਿਵੇਂ ਸੰਸਕ੍ਰਿਤ ਵਿੱਚ ਸੰਕਰਾਂਤ ਸ਼ਬਦ ਆਉਂਦਾ, ਸੰਕਰਾਂਤ ਤੱਤੇ ਨਾਲ, ਅਤੇ ਆਪਾਂ ਉਸ ਨੂੰ ਸੰਗਰਾਂਦ ਕਹਿਣ ਲੱਗ ਪਏ। ਦੱਦੇ ਦੇ ਨਾਲ ਵੀ ਸੰਗਰਾਂਦ ਆ ਗਈ ਹੈ।
ਇਹ ਸਵਰਣੀ ਅੱਖਰ ਹੁੰਦੇ ਨੇ, ਇਹ ਤਦ ਭਾਵ ਸ਼ਬਦ ਹੁੰਦੇ ਨੇ। ਲਓ ਇੱਥੇ ਬਾਬਾ ਫਰੀਦ ਜੀ ਕਹਿੰਦੇ ਨੇ, ਦਿਲ ਦੀ ਲਾਹੇ ਪ੍ਰਾਂਤ, ਵੀ ਦਿਲ ਦੀ ਭਰਮ ਭ੍ਰਾਂਤੀ ਦੂਰ ਕਰਕੇ ਤੈਨੂੰ ਮਾਲਕ ਦੀ ਚਾਕਰੀ ਭਗਤੀ ਕਰਨੀ ਚਾਹੀਦੀ ਹੈ। ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਤੇ ਨਾਲ ਹੀ ਬਾਬਾ ਫਰੀਦ ਜੀ ਕਹਿੰਦੇ ਜਿਹੜੇ ਅਸਲੀ ਦਰਵੇਸ਼ ਨੇ, ਦਰਵੇਸ਼ ਦਾ ਅਰਥ ਹੈ ਜਿਹੜਾ ਦਰ ਤੇ ਲਟਕਿਆ ਹੋਵੇ, ਦਰ ਤੇ ਖਲੋਤਾ ਰਵੇ। ਅਸਲੀ ਦਰਵੇਸ਼ਾਂ ਨੂੰ ਇਹ ਚਾਹੀਦਾ ਹੈ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗਾ ਜੀਰਾਂਦ ਦਾ ਅਰਥ ਹੈ ਜਿਗਰਾ, ਜੇਰਾ ਰੱਖਣਾ ਚਾਹੀਦਾ। ਅੱਜ ਜਿਵੇਂ ਬਿਰਛ ਨੇ, ਇਹ ਆਪਣੇ ਸਰੀਰ ਉੱਤੇ ਸਰਦੀ ਗਰਮੀ ਵੀ ਸਹਾਰਦੇ ਨੇ, ਝੱਖੜ ਝੁੱਲਦੇ ਨੇ, ਮੀਂਹ ਪੈਂਦੇ ਨੇ, ਹਨੇਰੀਆਂ ਆਉਂਦੀਆਂ, ਸਭ ਕੁਝ ਆਪਣੇ 'ਤੇ ਚੱਲਦੇ ਨੇ। ਇਸੇ ਤਰ੍ਹਾਂ ਦਰਵੇਸ਼ਾਂ ਨੂੰ ਰੁੱਖਾਂ ਵਰਗਾ ਜੇਰਾ ਕਰਨਾ ਚਾਹੀਦਾ। ਰੁੱਖ ਦੇ ਬਾਰੇ ਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਹੋਰ ਵੀ ਸੁੰਦਰ ਪ੍ਰਮਾਣ ਦਿੱਤਾ। ਸ਼ਾਸਤਰ ਤੀਖਣ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਕੋਈ ਰਾਹੀ ਆਇਆ, ਬਿਰਛ ਦੇ ਹੇਠਾਂ ਬੈਠਾ ਆਰਾਮ ਕੀਤਾ। ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਕੋਈ ਤਰਖਾਣ ਹੋਣਾ, ਵੀ ਇਸ ਬਿਰਛ ਦੀ ਲੱਕੜ ਬੜੀ ਵਧੀਆ ਹੈ, ਕਿਉਂ ਨਾ ਵੱਢ ਕੇ ਲੈ ਜਾਈਏ। ਅਤੇ ਜਿਸ ਬਿਰਛ ਨੇ ਛਾਂ ਦਾ ਸੁੱਖ ਦਿੱਤਾ ਸੀ, ਉਸੇ ਬਿਰਛ ਨੂੰ ਵੱਢਣ ਲੱਗ ਪਿਆ, ਪਰ ਉਹਨੇ ਗੁੱਸਾ ਨਹੀਂ ਕੀਤਾ। ਸ਼ਾਸਤਰ ਤੀਖੀਅਨ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹ ਕੋ ਲੈ ਸਵਾਰਿਓ। ਉਸ ਬਿਰਛ ਨੇ ਉਹਦਾ ਕੰਮ ਸਵਾਰ ਦਿੱਤਾ। ਜੇ ਉਸਨੇ ਕੋਈ ਬੈੱਡ ਬਣਾਉਣਾ ਸੀ, ਬੇੜੀ ਬਣਾਉਣੀ ਸੀ, ਕੋਈ ਹੋਰ ਫਰਨੀਚਰ ਤਿਆਰ ਕਰਨਾ ਸੀ, ਉਹਨੇ ਕਰ ਲਿਆ, ਉਹਦਾ ਕੰਮ ਸਵਾਰ ਦਿੱਤਾ। ਤਿਲ ਨਾ ਦੀਨੋ ਦੋਸ਼, ਤੇ ਤਿਲ ਜਿੰਨਾ ਵੀ ਰਤਾ ਭਰ ਵੀ ਕੋਈ ਉਹਨੇ ਉਹਦੇ ਉੱਤੇ ਦੋਸ਼ ਨਹੀਂ ਲਾਇਆ, ਕੋਈ ਉਜ਼ਰ ਨਹੀਂ ਕੀਤੀ, ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਇਸੇ ਤਰ੍ਹਾਂ ਭਾਈ ਜਿਹੜੇ ਦਰਵੇਸ਼ ਨੇ, ਅਤੇ ਉਹਨਾਂ ਨੂੰ ਵੀ ਵੱਡਾ ਜਿਗਰਾ ਰੱਖਣਾ ਪੈਂਦਾ। ਚਾਹੇ ਸਰੀਰ ਨੂੰ ਕੋਈ ਕੱਟ ਵੱਢ ਵੀ ਦੇਵੇ, ਅਤੇ ਤਾਂ ਵੀ ਪਰਉਪਕਾਰ ਦੀ ਭਾਵਨਾ ਖਤਮ ਨਹੀਂ ਹੋਣੀ ਚਾਹੀਦੀ। ਰੁੱਖਾਂ ਦੀ ਜੀਰਾਂਦ ਵੀ ਰੁੱਖਾਂ ਵਰਗਾ ਜੀਰਾ ਹੋਣਾ ਚਾਹੀਦਾ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਕਿਸੇ ਪਿੰਡ ਵਿੱਚੋਂ ਲੰਘ ਰਹੇ ਸਨ, ਅਤੇ ਇੱਕ ਬੇਰੀ ਸੀ, ਉਸ ਦੇ ਕੋਲ ਬੱਚੇ ਖਲੋਤੇ ਸਨ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਉੱਥੋਂ ਲੰਘਣ ਲੱਗੇ, ਇੱਕ ਬੱਚੇ ਨੇ, ਕਈ ਬੱਚੇ ਸ਼ਰਾਰਤੀ ਹੁੰਦੇ ਨੇ ਜਾਂ ਅਣਜਾਣਪੁਣੇ ਦੇ ਵਿੱਚ, ਉਸ ਨੇ ਬੇਰੀ 'ਤੇ ਰੋੜਾ ਮਾਰਿਆ। ਉਹ ਸਹੀ ਨਿਸ਼ਾਨੇ 'ਤੇ ਤਾਂ ਵੱਜਿਆ ਨਹੀਂ, ਅਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਜਾ ਕੇ ਵੱਜਿਆ। ਜਦੋਂ ਉਹਦੇ ਜਾ ਕੇ ਸਿਰ ਦੇ ਉੱਤੇ ਉਹ ਰੋੜਾ ਵੱਜਿਆ, ਅਤੇ ਜਿਹੜੇ ਨਾਲ ਅਹਿਲਕਾਰ ਸਨ, ਸਿਕਿਉਰਿਟੀ ਗਾਰਡ ਸਨ, ਅਤੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਫੜ ਲਿਆ ਅਤੇ ਮਹਾਰਾਜੇ ਦੇ ਪੇਸ਼ ਕੀਤਾ। ਪੰਚਾਇਤ ਆਈ, ਉਹਨਾਂ ਦੇ ਮਾਤਾ ਪਿਤਾ ਵਾਰਸ ਆਏ, ਅਤੇ ਫਿਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਅਹਿਲਕਾਰ ਕਹਿਣ ਲੱਗੇ, ਮਹਾਰਾਜ ਇਹਨਾਂ ਬੱਚਿਆਂ ਨੇ ਤੁਹਾਡੇ ਰੋੜਾ ਮਾਰਿਆ, ਵੀ ਦੱਸੋ ਹੁਣ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ। ਮਹਾਰਾਜਾ ਰਣਜੀਤ ਸਿੰਘ ਮੁਸਕਰਾਇਆ, ਕਹਿਣ ਲੱਗਾ, ਇਹ ਵਿਚਾਰੇ ਮਾਸੂਮ ਨੇ, ਇਹਨਾਂ ਦਾ ਕੀ ਕਸੂਰ ਹੈ, ਚਲੋ ਮੈਂ ਇਹਨਾਂ ਨੂੰ ਪੁੱਛਦਾ। ਉਹ ਬੱਚਿਆਂ ਨੂੰ ਪੁੱਛਣ ਲੱਗਾ, ਬੱਚਿਓ ਤੁਸੀਂ ਮੇਰੇ ਰੋੜਾ ਕਿਉਂ ਮਾਰਿਆ? ਉਹ ਡਰਦੇ ਡਰਦੇ ਸਹਿਮੇ ਬੱਚੇ ਕਹਿਣ ਲੱਗੇ, ਮਹਾਰਾਜਾ ਸਾਹਿਬ ਅਸੀਂ ਤੁਹਾਡੇ ਰੋੜਾ ਨਹੀਂ ਮਾਰਿਆ, ਅਸੀਂ ਤਾਂ ਬੇਰੀ ਦੇ ਮਾਰਿਆ ਸੀ। ਮਹਾਰਾਜਾ ਕਹਿਣ ਲੱਗਾ, ਫਿਰ ਬੇਰੀ ਦੇ ਕਿਉਂ ਮਾਰਿਆ? ਕਹਿੰਦੇ ਜਦੋਂ ਅਸੀਂ ਬੇਰੀ ਨੂੰ ਵੱਟਾ ਮਾਰਦੇ ਹਾਂ, ਰੋੜਾ ਮਾਰਦੇ ਹਾਂ, ਉਹ ਸਾਨੂੰ ਮਿੱਠੇ ਬੇਰ ਦਿੰਦੀ ਹੈ ਖਾਣ ਵਾਸਤੇ। ਅਸੀਂ ਤਾਂ ਬੇਰੀ ਦੇ ਰੋੜਾ ਮਾਰਿਆ ਸੀ, ਉਹ ਸਾਨੂੰ ਮਿੱਠੇ ਬੇਰ ਦਿੰਦੀ ਹੈ, ਰੋੜਾ ਮਾਰ ਕੇ ਅਸੀਂ ਬੇਰ ਲਾ ਕੇ ਖਾਂਦੇ ਹਾਂ, ਅਤੇ ਸਾਨੂੰ ਪਤਾ ਨਹੀਂ ਕੀ ਹੋਇਆ, ਸਹਿਬਨ ਸਾਡੇ ਕੋਲੋਂ ਗਲਤੀ ਹੋ ਗਈ, ਬੇਰੀ ਨੂੰ ਰੋੜਾ ਮਾਰਿਆ, ਤੁਹਾਨੂੰ ਜਾ ਵੱਜਿਆ। ਮਹਾਰਾਜਾ ਰਣਜੀਤ ਸਿੰਘ ਧਰਮੀ ਰਾਜਾ ਸੀ, ਕਹਿਣ ਲੱਗਾ, ਚੰਗਾ ਇਉਂ ਕਰੋ, ਇਹਨਾਂ ਨੂੰ ਇੱਕ ਪਿੰਡ ਦੀ ਜਗੀਰ ਦੇ ਦਿਓ, ਇਸ ਪਿੰਡ ਦੇ ਮਾਲਕ ਹੋਣਗੇ ਇਹ ਬੱਚੇ ਅਤੇ ਇਹਨਾਂ ਦੇ ਮਾਤਾ ਪਿਤਾ। ਕਿਉਂ?
ਜੇ ਬੇਰੀ ਨੂੰ ਰੋੜਾ ਮਾਰਿਆ ਉਹ ਬੇਰ ਦਿੰਦੀ ਹੈ, ਖਾਣ ਲਈ ਮਿੱਠੇ ਬੇਰ ਦਿੰਦੀ ਹੈ। ਹੁਣ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੋੜਾ ਮਾਰਿਆ ਤੇ ਇਹਨਾਂ ਨੂੰ ਇਨਾਮ ਤੇ ਚਾਹੀਦਾ ਸੀ ਨਾ ਕੁਛ ਮਿਲਣਾ। ਇਹ ਹੈ ਮਹਾਰਾਜੇ ਜਿਹੜੇ ਫਕੀਰ ਦਰਵੇਸ਼ ਹੁੰਦੇ ਨੇ, ਦਰਵੇਸ਼ ਬਾਦਸ਼ਾਹ ਹੁੰਦੇ ਨੇ, ਉਹਨਾਂ ਦੀ ਇਹੋ ਜਿਹੀ ਅਵਸਥਾ ਹੁੰਦੀ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਭਾਈ ਰੁੱਖਾਂ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਉਹ ਬਾਬਾ ਫਰੀਦ ਜੀ ਕਹਿੰਦੇ ਵੀ ਮੈਂ ਕਾਲੇ ਸੂਫ ਦੇ ਕੱਪੜੇ ਪਾਉਂਦੇ ਸਨ ਬਾਬਾ ਫਰੀਦ ਜੀ, ਤੇ ਲੋਕ ਮੱਥਾ ਵੀ ਟੇਕਦੇ ਸਨ ਵੀ ਇਹ ਬਹੁਤ ਵੱਡਾ ਦਰਵੇਸ਼ ਹੈ, ਬਹੁਤ ਵੱਡਾ ਸੰਤ ਹੈ, ਬਹੁਤ ਵੱਡਾ ਫਕੀਰ ਹੈ, ਕਾਮਲ ਫਕੀਰ ਹੈ। ਤੇ ਬਾਬਾ ਫਰੀਦ ਜੀ ਬੜੀ ਨਿਮਰਤਾ ਦੇ ਨਾਲ ਕਹਿੰਦੇ ਨੇ ਫਰੀਦਾ ਕਾਲੇ ਮੈਂਡੇ ਕੱਪੜੇ, ਵੀ ਮੇਰੇ ਤਾਂ ਕੱਪੜੇ ਵੀ ਕਾਲੇ ਨੇ ਤੇ ਕਾਲਾ ਮੈਂਡਾ ਵੇਸ, ਤੇ ਮੇਰਾ ਸਾਰਾ ਵੇਸ, ਮੇਰਾ ਭੇਖ ਸਾਰਾ ਕਾਲਾ ਹੀ ਧਾਰਨ ਕੀਤਾ ਹੋਇਆ। ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ। ਇਹ ਜਿਹੜਾ ਪਾਠ ਹੈ ਗੁਨਹੀ ਭਰਿਆ, ਗੁਣ ਹੀ ਭਰਿਆ ਜੇ ਕਰਾਂਗੇ ਤੇ ਵੀ ਚੰਗੇ ਗੁਣਾਂ ਦੇ ਨਾਲ ਮੈਂ ਤੇ ਭਰਿਆ ਹੋਇਆ ਹਾਂ, ਇਹ ਹੰਕਾਰ ਦਾ ਬਚਨ ਹੋ ਜਾਂਦਾ। ਗੁਨਹੀ ਭਰਿਆ ਇਉਂ ਪਾਠ ਕਰਨਾ, ਗੁਨਹੀ ਭਰਿਆ ਮੈਂ ਫਿਰਾਂ, ਮੈਂ ਤੇ ਗੁਨਾਹਾਂ ਦਾ ਭਰਿਆ ਫਿਰਦਾ ਹਾਂ। ਪਤਾ ਨਹੀਂ ਮੇਰੇ ਵਿੱਚ ਕਿੰਨੇ ਐਬ ਨੇ, ਕਿੰਨੇ ਵੈਲ ਨੇ, ਕਿੰਨੇ ਵਿਕਾਰ ਨੇ, ਕਿੰਨੇ ਪਾਪ ਨੇ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ। ਲੋਕ ਕਹੇਂ ਦਰਵੇਸ਼, ਤੇ ਲੋਕ ਮੈਨੂੰ ਬਾਹਰੋਂ ਕਾਲੇ ਕੱਪੜੇ ਪਾਏ ਵੇਖ ਕੇ ਦਰਵੇਸ਼ ਕਹਿ ਦਿੰਦੇ ਨੇ। ਲੋ ਬਾਬਾ ਫਰੀਦ ਜੀ ਨੇ ਨਿਮਰਤਾ ਦੇ ਨਾਲ ਇਹ ਸਿੱਖਿਆ ਦਿੱਤੀ ਹੈ ਬਈ ਜੇ ਤੁਸੀਂ ਸੰਤ ਬਣ ਗਏ ਹੋ ਤੇ ਆਪਣੇ ਭੇਖ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਤੇ ਬਲਕਿ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਤਤੀ ਤੋਏ ਨਾ ਪੱਲਵੈ, ਜੇ ਜਲ ਟੁੱਬੀ ਦੇ। ਲੋ ਬਾਬਾ ਫਰੀਦ ਜੀ ਹੁਣ ਅੱਗੇ ਸਿੱਖਿਆ ਦਿੰਦੇ ਨੇ ਬਈ ਕਈ ਵਾਰ ਅਜਿਹਾ ਵੀ ਹੁੰਦਾ ਹੈ, ਕਈ ਲੋਕ ਗੁਰੂ ਘਰ ਵਿੱਚ ਆ ਕੇ ਰਹਿੰਦੇ ਨੇ, ਕਈ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਵੀ ਆ ਜਾਂਦੇ ਨੇ, ਪਰ ਉੱਥੇ ਆ ਕੇ ਉਹਨਾਂ ਦਾ ਮਨ ਪਦਾਰਥਵਾਦੀ ਬਣਿਆ ਰਹਿੰਦਾ ਹੈ, ਮਾਇਆ ਦੀ ਇੱਛਾ ਹੀ ਰੱਖਦਾ ਹੈ, ਮੈਨੂੰ ਆਹ ਮਿਲ ਜੇ, ਉਹ ਮਿਲ ਜੇ, ਚੰਗਾ ਖਾਣ ਨੂੰ, ਚੰਗਾ ਪਹਿਨਣ ਨੂੰ, ਚੰਗਾ ਖਾਣ ਪੀਣ ਨੂੰ ਭਾਲਦਾ ਰਹਿੰਦਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿਹੜੇ ਇਹੋ ਜਿਹੇ ਬੰਦੇ ਨੇ ਤੱਤੀ ਤੋਏ ਨਾ ਪਲਵੈ, ਉਹ ਪਾਣੀ ਦੀ ਮਾਰੀ ਖੇਤੀ ਵਾਂਗੂ ਹੁੰਦੇ ਨੇ। ਤੱਤੀ ਤੋਂ ਪਾਵੈ ਜਿਹੜੀ ਪਾਣੀ ਦੇ ਨਾਲ ਸੜੀ ਹੋਈ ਖੇਤੀ ਹੈ। ਤੋਏ ਨਾ ਪਲਵੈ, ਉਹਨੂੰ ਚਾਹੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਜਿਹੜੀ ਪਾਣੀ ਦੀ ਮਾਰੀ ਫਸਲ ਹੈ ਉਹ ਕਦੇ ਪਾਣੀ ਦੇ ਨਾਲ, ਪਲਵੇ ਦਾ ਅਰਥ ਹੈ ਉਹ ਹਰੀ ਨਹੀਂ ਹੁੰਦੀ, ਪੱਲਰ ਦੀ ਨਹੀਂ ਹੈ, ਉਹ ਕਦੇ ਫਲੀਭੂਤ ਨਹੀਂ ਹੁੰਦੀ। ਜੇ ਜਲ ਟੁੱਬੀ ਦੇ, ਭਾਵੇਂ ਪਾਣੀ ਨਾਲ ਉਹਨੂੰ ਡੁਬੋ ਵੀ ਦਿਓ, ਪਾਣੀ ਸਿਰ ਉੱਤੋਂ ਦੀ ਕਰ ਦਿਓ, ਜਿਹੜੀ ਪਾਣੀ ਦੀ ਮਾਰੀ ਫਸਲ ਹੈ, ਪਾਣੀ ਦੀ ਮਾਰੀ ਖੇਤੀ ਹੈ, ਉਹ ਕਦੇ ਹਰੀ ਭਰੀ ਨਹੀਂ ਹੋ ਸਕਦੀ। ਫਰੀਦਾ ਜੋ ਡੋਹਾਗਣ ਰੱਬ ਦੀ, ਝੂਰੇਂਦੀ ਝੂਰੇ। ਇਹਦਾ ਮਤਲਬ ਹੈ ਜਿਹੜੇ ਸੰਗਤ ਵਿੱਚ ਰਹਿ ਕੇ ਹੀ ਵਿਗੜ ਜਾਂਦੇ ਨੇ, ਉੱਥੇ ਹੀ ਉਹਨਾਂ ਦੇ ਸੁਭਾਅ ਲਾਲਚੀ ਹੋ ਜਾਂਦੇ ਨੇ, ਤੇ ਉਹਨਾਂ ਦੇ ਉੱਤੇ ਫਿਰ ਉਪਦੇਸ਼ ਦਾ ਵੀ ਕੋਈ ਅਸਰ ਨਹੀਂ ਹੁੰਦਾ। ਜਿਵੇਂ ਪਾਣੀ ਦੀ ਮਾਰੀ ਖੇਤੀ ਹੁੰਦੀ ਹੈ ਨਾ, ਤੇ ਫਿਰ ਜਿੰਨਾ ਮਰਜ਼ੀ ਉਹਨਾਂ ਨੂੰ ਪਾਣੀ ਉਪਦੇਸ਼ ਦਾ ਪਾਈ ਜਾਓ, ਪਰ ਉਹ ਕਦੇ ਹਰੇ ਨਹੀਂ ਹੁੰਦੇ, ਉਹ ਆਪਣੀਆਂ ਭੈੜੀਆਂ ਆਦਤਾਂ ਨੂੰ ਛੱਡ ਨਹੀਂ ਸਕਦੇ। ਬਾਬਾ ਫਰੀਦ ਜੀ ਕਹਿੰਦੇ ਨੇ ਜੋ ਦੁਹਾਗਣ ਰੱਬ ਦੀ, ਜਿਹੜੀ ਰੱਬ ਦੀ ਦੁਹਾਗਣ ਹੈ, ਭਾਵ ਜਿਸ ਨੂੰ ਰੱਬ ਨੇ ਛੁੱਟੜ ਕਰ ਦਿੱਤਾ ਹੈ, ਝੂਰੇਂਦੀ ਝੂਰੇ, ਉਹ ਤੇ ਪਾਈ ਮੁੜ ਮੁੜ ਕੇ ਝੂਰਦੀ ਹੀ ਝੂਰਦੀ ਰਹਿੰਦੀ ਹੈ। ਭਾਵ ਸਾਰੀ ਜ਼ਿੰਦਗੀ ਉਹਦੀ ਪਛਤਾਵੇ ਵਿੱਚ, ਹੌਂਕਿਆਂ ਦੇ ਵਿੱਚ, ਦੁੱਖਾਂ ਦੇ ਵਿੱਚ ਹੀ ਬੀਤਦੀ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਸੰਗਤ ਵਿੱਚ ਆ ਕੇ ਵੀ, ਮਹਾਂਪੁਰਖਾਂ ਦੇ ਕੋਲ ਰਹਿ ਕੇ ਵੀ ਚੰਗੀ ਸਿੱਖਿਆ ਨਹੀਂ ਗ੍ਰਹਿਣ ਕਰ ਸਕਦੇ, ਚੰਗੇ ਗੁਣ ਨਹੀਂ ਗ੍ਰਹਿਣ ਕਰ ਸਕਦੇ, ਉਹ ਤੇ ਪਾਣੀ ਦੀ ਮਾਰੀ ਖੇਤੀ ਵਾਂਗ ਹੁੰਦੇ ਨੇ, ਉਹ ਰੱਬ ਤੋਂ ਵੀ ਦੂਰ ਰਹਿੰਦੇ ਨੇ। ਜਿਹੜੀ ਰੱਬ ਦੀ ਦੁਹਾਗਣ ਬਣ ਜਾਂਦੀ ਹੈ ਨਾ, ਤੇ ਫਿਰ ਉਹਦੇ ਪੱਲੇ ਵਿਛੋੜਾ ਹੀ ਰਹਿ ਜਾਂਦਾ ਹੈ, ਤੇ ਜਾਂ ਫਿਰ ਲਾਹਣਤਾਂ ਪੈਂਦੀਆਂ ਨੇ, ਸਾਰੀ ਉਮਰ ਝੂਰਦਿਆਂ ਝੂਰਦਿਆਂ ਹੀ ਬਤੀਤ ਕਰਦੀ ਹੈ। ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਲੋ ਭਗਤ ਕਬੀਰ ਬਾਬਾ ਫਰੀਦ ਜੀ ਫਰਮਾਉਂਦੇ ਨੇ ਵੀ ਜਦੋਂ ਕੋਈ
ਬੀਬੀ ਕੁਆਰੀ ਹੁੰਦੀ ਹੈ, ਅਣਵਿਆਹੀ ਹੁੰਦੀ ਹੈ, ਅਣਵਿਆਹੀ ਨੂੰ ਕੁਆਰੀ ਕਹਿ ਦਿੰਦੇ ਨੇ, ਵੀ ਜਦੋਂ ਉਹ ਅਣਵਿਆਹੀ ਹੁੰਦੀ ਹੈ ਤਾਂ ਚਾਓ ਤਾਂ ਉਹਦੇ ਮਨ ਦੇ ਵਿੱਚ ਵਿਆਹ ਦਾ ਚਾਓ ਸ਼ੌਕ ਪੈਦਾ ਹੁੰਦਾ। ਜਦੋਂ ਅਣਵਿਆਹੀ ਹੁੰਦੀ ਉਹਦੇ ਮਨ ਵਿੱਚ ਵਿਆਹ ਦਾ ਚਾਅ ਹੁੰਦਾ, ਵਿਵਾਹਿਤਾ ਮਾਮਲੇ। ਪਰ ਜਦੋਂ ਵਿਆਹ ਹੋ ਜਾਂਦਾ ਹੈ ਤੇ ਫਿਰ ਉਹਦੇ ਮਾਮਲੇ ਦਾ ਅਰਥ ਹੈ ਕਈ ਮਾਮਲੇ, ਕਈ ਝਗੜੇ, ਕਈ ਜ਼ਿੰਮੇਦਾਰੀਆਂ ਉਹਦੇ ਗਲ ਵਿੱਚ ਪੈ ਜਾਂਦੀਆਂ ਨੇ। ਅਕਸਰ ਆਪਾਂ ਦੇਖਦੇ ਹੀ ਹਾਂ, ਜਦੋਂ ਵਿਆਹ ਤੋਂ ਪਹਿਲਾਂ ਆਦਮੀ ਆਜ਼ਾਦ ਹੁੰਦਾ, ਜਦੋਂ ਮਰਜ਼ੀ ਜਿੱਥੇ ਜਾਣਾ ਜਾ ਸਕਦਾ, ਪਰ ਜਦੋਂ ਵਿਆਹ ਹੋ ਜਾਂਦਾ ਹੈ ਪਤੀ ਪਤਨੀ ਦੇ ਸਿਰ ਉੱਤੇ ਜ਼ਿੰਮੇਦਾਰੀਆਂ ਬਣ ਜਾਂਦੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਕੋਈ ਬੀਬੀ ਕੁਆਰੀ ਹੁੰਦੀ ਉਸ ਵੇਲੇ ਵਿਆਹ ਦਾ ਚਾਅ ਹੁੰਦਾ, ਜਦੋਂ ਵਿਆਹੀ ਜਾਂਦੀ ਹੈ ਤੇ ਫਿਰ 100 ਮਾਮਲੇ ਉਹਦੇ ਗਲ ਵਿੱਚ ਪੈ ਜਾਂਦੇ ਨੇ। ਅਨੇਕਾਂ ਫਿਕਰ, ਮੈਂ ਜਾ ਕੇ ਰੋਟੀ ਪਕਾਉਣੀ ਹੈ, ਮੈਂ ਜਾ ਕੇ ਧਾਰ ਕੱਢਣੀ ਹੈ, ਮੈਂ ਜਾ ਕੇ ਝਾੜੂ ਪੋਚਾ ਲਾਉਣਾ ਹੈ, ਅਤੇ ਮੈਂ ਉੱਥੇ ਜਾ ਕੇ ਫਲਾਣੇ ਨੂੰ ਦੁੱਧ ਦੇਣਾ, ਫਲਾਣੇ ਨੂੰ ਲੱਸੀ ਦੇਣੀ ਹੈ। ਬਸ ਆਹ ਮਾਮਲੇ, ਆਹ ਫਿਕਰ ਉਹਦੇ ਗਲ ਵਿੱਚ ਪਏ ਰਹਿੰਦੇ ਹਨ। ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ। ਉਹ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹੀ ਉਹਦੇ ਮਨ ਦੇ ਵਿੱਚ ਪਛਤਾਵਾ ਪੈਦਾ ਹੁੰਦਾ ਹੈ, ਵਤ ਕੁਆਰੀ ਨਾ ਥੀ, ਵੀ ਮੁੜ ਕੇ ਹੁਣ ਉਹ ਕੁਆਰੀ ਨਹੀਂ ਬਣ ਸਕਦੀ, ਬੇਫਿਕਰ ਬੇਪਰਵਾਹ ਨਹੀਂ ਰਹਿ ਸਕਦੀ। ਜਦੋਂ ਵਿਆਹੀ ਜਾਂਦੀ ਹੈ ਤੇ ਫਿਰ ਕਈ ਝਗੜੇ, ਟੰਟੇ, ਕਜੀਏ ਖੜੇ ਰਹਿੰਦੇ ਨੇ ਉਹਦੇ ਸਾਹਮਣੇ। ਕਦੇ ਪਤੀ ਦੀਆਂ ਝਿੜਕਾਂ, ਕਦੇ ਕਿਸੇ ਨੇ ਬਾਹਰੋਂ ਆ ਕੇ ਉਲਾਮਾ ਦੇ ਦਿੱਤਾ। ਬਸ ਉਹ ਜਿਹੜੀ ਬੇਪਰਵਾਹੀ ਵਾਲੀ ਅਵਸਥਾ ਹੈ ਉਹ ਨਹੀਂ ਫਿਰ ਮੁੜ ਕੇ ਮਿਲਦੀ। ਦੂਜਾ ਅੰਤਰੀ ਭਾਵ ਇਹ ਹੈ, ਜਦੋਂ ਜੀਵ ਰੂਪ ਇਸਤਰੀ ਹਾਲੇ ਨਗੁਰੀ ਹੁੰਦੀ ਹੈ, ਕੁਆਰੀ ਤੋਂ ਭਾਵ ਨਗੁਰੀ, ਜਦੋਂ ਜੀਵ ਰੂਪ ਇਸਤਰੀ ਨਗੁਰੀ ਹੁੰਦੀ ਹੈ ਇਹਦੇ ਮਨ ਵਿੱਚ ਚਾਅ ਹੁੰਦਾ ਵੀ ਮੈਂ ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ। ਵਿਵਾਹਿਤਾ ਮਾਮਲੇ, ਪਰ ਜਿਹੜੇ ਚੰਗੇ ਭਾਗਾਂ ਵਾਲੇ ਹੁੰਦੇ ਨੇ ਵੀ ਉਹ ਤੇ ਗੁਰੂ ਦਾ ਅੰਮ੍ਰਿਤ ਛਕ ਕੇ ਤੇ ਫਿਰ ਉਹ ਬਾਣੀ ਵੀ ਪੜ੍ਹਦੇ ਆ, ਬਾਣੀ ਦੀ ਰਹਿਤ ਵੀ ਰੱਖਦੇ ਨੇ। ਵਿਵਾਹਿਤਾ ਮਾਮਲੇ ਨਹੀਂ ਤੇ ਜਦੋਂ ਕਈ ਗੁਰੂ ਵਾਲੇ ਹੋ ਜਾਂਦੇ ਨੇ ਤੇ ਕਈਆਂ ਦੇ ਗਲ ਦੇ ਵਿੱਚ ਕਈ ਮਾਮਲੇ ਪੈ ਜਾਂਦੇ ਨੇ, ਕਈ ਕਜੀਏ, ਟੰਟੇ, ਬਖੇੜੇ ਉਹਦੇ ਗਲ ਵਿੱਚ ਪੈ ਜਾਂਦੇ ਨੇ। ਇਹਦਾ ਮਤਲਬ ਇਹ ਹੈ ਅੰਮ੍ਰਿਤ ਛਕ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਨਿਤਨੇਮ ਕਰਨਾ, ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ, ਅਤੇ ਇਹ ਜਿਹੜੇ ਮਾਮਲੇ ਉਹਦੀ ਜ਼ਿੰਮੇਦਾਰੀਆਂ ਸਿਰ 'ਤੇ ਪੈ ਜਾਂਦੀਆਂ ਹਨ। ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ। ਬਾਬਾ ਫਰੀਦ ਜੀ ਕਹਿੰਦੇ ਨੇ, ਜਾਂ ਕੁਆਰੀ ਤਾਂ ਚਾਓ, ਵੀ ਜਦੋਂ ਕੋਈ ਜੀਵ ਰੂਪ ਇਸਤਰੀ ਕੁਆਰੀ ਹੁੰਦੀ ਹੈ, ਭਾਵ ਗੁਰੂ ਵਾਲੀ ਨਹੀਂ ਬਣਦੀ, ਅਤੇ ਫਿਰ ਉਹਦੇ ਮਨ ਵਿੱਚ ਚਾਅ ਹੁੰਦਾ ਵੀ ਆਪਾਂ ਵੀ ਗੁਰੂ ਵਾਲੇ ਬਣੀਏ। ਅਤੇ ਕਈ ਜੀਵ ਦੇਹਧਾਰੀ ਪਖੰਡੀਆਂ ਦੇ ਕੋਲ ਚਲੇ ਜਾਂਦੇ ਨੇ, ਜਿਵੇਂ ਕਿਸੇ ਬੀਬੀ ਦਾ ਕਿਸੇ ਸ਼ਰਾਬੀ ਕਬਾਬੀ ਦੇ ਨਾਲ ਵਿਆਹ ਕਰ ਦਿਓ, ਫਿਰ ਸਾਰੀ ਉਮਰ ਦਾ ਪਛਤਾਵਾ ਹੀ ਉਹਦੇ ਪੱਲੇ ਪੈ ਜਾਂਦਾ। ਕਈਆਂ ਦੇ ਸੁਭਾਅ ਲੜਾਕੇ ਹੁੰਦੇ ਨੇ, ਕਈਆਂ ਦੇ ਸੁਭਾਅ ਸ਼ੱਕੀ ਹੁੰਦੇ ਨੇ, ਮਾੜੀ ਮਾੜੀ ਗੱਲ ਦੇ ਉੱਤੇ ਨੋਕ ਚੋਕ ਕਰਦੇ ਰਹਿੰਦੇ ਨੇ, ਜਿਉਣਾ ਦੁੱਭਰ ਕਰ ਦਿੰਦੇ ਨੇ। ਅਤੇ ਜਦੋਂ ਕਿਸੇ ਪਖੰਡੀ ਦੇ ਜਾਲ ਵਿੱਚ ਫਸ ਜਾਂਦੇ ਨੇ ਜੀਵ, ਫਿਰ ਕਈ ਮਾਮਲੇ, ਕਈ ਟੰਟੇ, ਕਈ ਕਜੀਏ ਗਲ ਵਿੱਚ ਪੈ ਜਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਫਿਰ ਇਹ ਪਛਤਾਵਾ ਰਹਿੰਦਾ ਵੀ ਉਹ ਕੁਆਰੀ ਵਾਤ ਹੁਣ ਨਹੀਂ ਆ ਸਕਦੀ, ਹੁਣ ਅਸੀਂ ਪਖੰਡੀਆਂ ਦੇ ਟਹੇ ਚੜ੍ਹ ਗਏ ਹਾਂ, ਹੁਣ ਤੇ ਸਾਰੀ ਜ਼ਿੰਦਗੀ ਪਛਤਾਵੇ ਵਿੱਚ ਹੀ ਲੰਘੇਗੀ। ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ। ਲੋਕ ਕਹਿੰਦੇ ਕੱਲਰ ਕੇਰੀ ਛੱਪੜੀ, ਇੱਕ ਕਲਰੀ ਛੱਪੜੀ ਸੀ, ਉੱਥੇ ਹੰਸ ਆ ਕੇ ਉਲੱਥੇ ਦਾ ਅਰਥ ਵੀ ਉਤਰੇ ਆਏ। ਹੰਸ ਉੱਡੇ ਜਾਂਦੇ ਸਨ ਅਤੇ ਕੋਈ ਕਲਰੀ ਛੱਪੜੀ ਸੀ, ਉੱਥੇ ਆ ਕੇ ਉਹਨਾਂ ਨੇ ਵੀ ਉਡਾਰੀ ਮਾਰਦਿਆਂ ਨੇ ਥੱਲੇ ਉਤਰੇ, ਭਾਵ ਉੱਥੇ ਕੁਝ ਸਮੇਂ ਲਈ ਬੈਠ ਗਏ। ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਜ। ਤੇ ਜਦੋਂ ਕਲਰੀ ਛੱਪੜੀ ਵਿੱਚ ਚਿੰਜੂ ਬੋੜਨ, ਚਿੰਜੂ ਦਾ ਅਰਥ ਹੈ ਉਹਨਾਂ ਨੇ ਚੁੰਝ ਨੂੰ ਡੋਬਿਆ, ਬੋੜਨ ਦਾ ਅਰਥ ਹੁੰਦਾ ਡੋਬਣਾ। ਜਦੋਂ ਉਹਨਾਂ ਹੰਸਾਂ ਨੇ ਕਲਰੀ ਛੱਪੜੀ ਦੇ ਪਾਣੀ ਵਿੱਚ ਚੁੰਝ ਨੂੰ ਡੋਬਿਆ ਤੇ ਉਹ ਪਾਣੀ ਖਾਰਾ ਸੀ, ਬੇਸੁਆਦਾ ਸੀ, ਨਾ ਪੀਵੇਂ, ਫਿਰ ਉਹ ਉਸ ਨੂੰ ਪੀਂਦੇ ਨੇ।
ਉੱਡਣ ਸੰਧੀ ਡੰਝ, ਫਿਰ ਉੱਡਣ ਦੀ ਡੰਝ ਦਾ ਅਰਥ ਹੈ ਤਾਂਘ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ, ਕਿਉਂਕਿ ਹੰਸ ਮਾਨ ਸਰੋਵਰ 'ਤੇ ਰਹਿੰਦੇ ਨੇ। ਮਾਨ ਸਰੋਵਰ ਦਾ ਸੁੱਚਾ ਜਲ ਪਵਿੱਤਰ ਜਲ ਹੀ ਛਕਦੇ ਨੇ ਅਤੇ ਛੱਪੜੀਆਂ ਦਾ ਪਾਣੀ ਉਹ ਪੀ ਨਹੀਂ ਸਕਦੇ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਜਾਂ ਪਰਿਵਾਰ ਹੈ, ਇਹ ਕਲਰ ਦੀ ਛੱਪੜੀ ਹੈ। ਅਤੇ ਹੰਸ ਤੋਂ ਭਾਵ ਜਿਹੜੇ ਤਤ ਬੇਤੇ ਪਰਮਹੰਸ ਮਹਾਂਪੁਰਖ ਕਈ ਵਾਰੀ ਵੀ ਇਹ ਸੰਸਾਰ ਵਿੱਚ ਕਈ ਗ੍ਰਸਤੀ ਪਰਿਵਾਰਾਂ ਦੇ ਘਰਾਂ ਵਿੱਚ ਆ ਕੇ ਉਤਰਦੇ ਨੇ। ਚਿੰਝੂ ਬੋੜਨ ਉਹ ਲਿਆ ਕੇ ਕਈ ਤਰ੍ਹਾਂ ਦੇ ਪਦਾਰਥ ਮੂਹਰੇ ਰੱਖ ਦਿੰਦੇ ਨੇ। ਉਹ ਥੋੜ੍ਹਾ ਜਿਹਾ ਭੋਜਨ ਮਾਤਰ, ਪ੍ਰਸ਼ਾਦ ਮਾਤਰ ਉਹ ਗ੍ਰਹਿਣ ਕਰਦੇ ਨੇ। ਉਹ ਆਪਣੀ ਚੁੰਝ ਨੂੰ ਡੋਬਦੇ ਨੇ, ਭਾਵ ਉਹ ਭੋਜਨ ਨੂੰ ਥੋੜ੍ਹਾ ਜਿਹਾ ਗ੍ਰਹਿਣ ਕਰਕੇ ਵੇਖਦੇ ਨੇ ਵੀ ਸਾਡੇ ਅਨੁਕੂਲ ਹੈ ਵੀ ਨਾ ਪੀਵੇ, ਪਰ ਜਦੋਂ ਦੇਖਦੇ ਨੇ ਵੀ ਸਾਡੇ ਅਨੁਕੂਲ ਨਹੀਂ ਹੈ ਫਿਰ ਉਸ ਨੂੰ ਪੀਂਦੇ ਨਹੀਂ। ਨਾ ਭੋਜਨ ਛਕਦੇ ਆ ਅਤੇ ਨਾ ਹੀ ਉਹ ਜਿਹੜੇ ਸ਼ਰਾਬੀ ਕਬਾਬੀ ਪਰਿਵਾਰਾਂ ਦੇ ਘਰਾਂ ਦਾ ਅੰਨ ਪਾਣੀ ਛਕਦੇ ਨੇ। ਉੱਡਣ ਸੰਧੀ ਡੰਝ, ਅਤੇ ਉਹਨਾਂ ਦੇ ਮਨ ਦੇ ਵਿੱਚ ਉੱਥੋਂ ਉੱਡਣ ਦੀ ਹੀ ਇੱਛਾ ਪੈਦਾ ਹੋ ਜਾਂਦੀ ਹੈ ਵੀ ਇੱਥੇ ਆਪਾਂ ਹੁਣ ਰਹਿਣਾ ਨਹੀਂ। ਨਾ ਇਹਨਾਂ ਦਾ ਕੋਈ ਧਰਮ ਕਰਮ ਹੈ, ਨਾ ਕੋਈ ਸਿੱਖੀ ਦਾ ਵਰਤ ਨੇਮ ਹੈ। ਇਹ ਤਾਂ ਸ਼ਰਾਬੀ ਕਬਾਬੀ ਨੇ। ਇਸ ਲਈ ਮਹਾਂਪੁਰਖ ਉੱਥੋਂ ਉੱਡ ਕੇ ਹੋਰ ਕਿਸੇ ਗੁਰਮੁਖ ਸਿੱਖ ਦੇ ਘਰੇ ਚਲੇ ਜਾਂਦੇ ਹਨ। ਹੰਸ ਉੱਡਰ ਕੂਦਰੈ ਪਿਆ, ਲੋਕ ਵਿਡਾਰਨ ਜਾਏ। ਲੋ, ਇੱਕ ਕਿਸੇ ਨੇ ਕੋਧਰੇ ਦਾ, ਇਹ ਬਾਜਰੇ ਵਰਗਾ ਕੰਨ ਹੁੰਦਾ ਕੋਧਰਾ, ਕੋਈ ਹੰਸ ਸੀ, ਉਹ ਕੋਧਰੇ ਦੇ ਖੇਤ ਉੱਤੇ ਉੱਡ ਕੇ ਪੈ ਗਿਆ। ਉਹਦਾ ਵੀ ਕਾਰਨ ਸੀ। ਜਿਹੜੇ ਕੋਧਰੇ ਦੇ ਦਾਣੇ ਹੁੰਦੇ ਨੇ ਨਾ, ਹੀਰੇ ਮੋਤੀਆਂ ਵਾਂਗੂ ਚਮਕਦੇ ਨੇ। ਅੱਜ ਜਿਵੇਂ ਮੱਕੀ ਦੇ ਦਾਣੇ, ਬਾਜਰੇ ਦੇ ਦਾਣੇ ਮੋਤੀਆਂ ਵਾਂਗੂ ਹੀ ਪ੍ਰਤੀਤ ਹੁੰਦੇ ਨੇ। ਅਤੇ ਹੁਣ ਉਹ ਹੰਸ ਇਹ ਸੋਚ ਕੇ ਵੀ ਸ਼ਾਇਦ ਇਹ ਮੋਤੀ ਉੱਗੇ ਹੋਏ ਨੇ, ਉਹ ਹੰਸ ਉੱਡ ਕੇ ਭੁਲੇਖੇ ਦੇ ਵਿੱਚ ਕੋਧਰੇ ਦੇ ਖੇਤ ਉੱਤੇ ਜਾ ਪਿਆ। ਅਤੇ ਲੋਕ ਵਡਾਰਨ ਜਾਏ, ਅਤੇ ਜਿਹੜੇ ਉਸ ਖੇਤ ਦੇ ਮਾਲਕ ਸਨ, ਰਖਵਾਲੇ, ਉਹ ਉਸ ਨੂੰ ਉਡਾਉਣ ਵਾਸਤੇ ਚਲੇ ਗਏ ਵੀ ਇਹ ਹੰਸ ਸਾਡੇ ਖੇਤ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੂਦਰਾ ਖਾਏ। ਬਾਬਾ ਫਰੀਦ ਜੀ ਕਹਿੰਦੇ ਨੇ ਗਹਿਲਾ ਦਾ ਅਰਥ ਹੈ ਇਹ ਕਮਲਾ ਸੰਸਾਰ, ਕਮਲਾ ਜਗਤ, ਇਹ ਕਮਲਾ ਜੀਵ ਇਸ ਗੱਲ ਨੂੰ ਨਹੀਂ ਜਾਣਦਾ ਹੰਸ ਨਾ ਕੋਧਰਾ ਖਾਏ। ਹੰਸ ਤੇ ਹੀਰੇ ਮੋਤੀ ਖਾਂਦੇ ਨੇ, ਇਹ ਕੋਧਰਾ ਕਿਵੇਂ ਖਾਣਗੇ? ਹੰਸ ਕਦੀ ਕੋਧਰਾ ਨਹੀਂ ਖਾ ਸਕਦੇ। ਇਸੇ ਤਰ੍ਹਾਂ ਹੰਸ ਤੋਂ ਭਾਵ ਹੈ ਜਿਹੜੇ ਤਤ ਬੇਤੇ ਮਹਾਂਪੁਰਖ ਨੇ, ਉਹ ਕੋਧਰੇ ਦੇ ਖੇਤ ਵਾਂਗੂ ਆ ਜਿਹੜਾ ਪਦਾਰਥ ਨੇ ਇਹਦੇ ਉੱਤੇ ਚਲੇ ਜਾਂਦੇ ਨੇ। ਜਿਹੜੇ ਮਹਾਂਪੁਰਖ ਨੇ, ਜਿਹੜੇ ਗ੍ਰਸਤੀ ਨੇ, ਉਹਨਾਂ ਦੇ ਕੋਈ ਘਰਾਂ ਦੇ ਵਿੱਚ ਪਦਾਰਥ ਹੁੰਦੇ ਨੇ, ਉਹ ਉਹਨਾਂ ਦੇ ਕੋਲ ਚਲੇ ਜਾਂਦੇ ਨੇ। ਅਤੇ ਲੋਕ ਵਡਾਰਨ ਜਾਏ, ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਉਡਾਉਣ ਵਾਸਤੇ ਜਾਂਦੇ ਨੇ ਵੀ ਕੋਈ ਸੰਤ ਕਿਸੇ ਦੇ ਘਰੇ ਆ ਗਿਆ ਅਤੇ ਵੀ ਕੋਈ ਇੱਥੇ ਆ ਕੇ ਕੋਈ ਗਲਤ ਕੰਮ ਨਾ ਕਰ ਬੈਠੇ ਅਤੇ ਇਹਨੂੰ ਕੱਢੋ ਇੱਥੋਂ। ਲੋਕ ਉਸ ਨੂੰ ਉਡਾਉਣ ਵਾਸਤੇ, ਭਜਾਉਣ ਵਾਸਤੇ ਚਲੇ ਜਾਂਦੇ ਨੇ। ਪਰ ਇਹ ਦੁਨੀਆ ਕਮਲੀ ਹੈ, ਗਹਿਲਾ ਲੋਕ, ਇਹ ਜਿਹੜਾ ਕਮਲਾ ਲੋਕ ਜਗਤ ਹੈ ਇਸ ਗੱਲ ਨੂੰ ਨਹੀਂ ਜਾਣਦਾ। ਹੰਸ ਨਾ ਕੋਧਰਾ ਖਾਏ, ਜਿਹੜੇ ਹੰਸ ਪੂਰਨ ਮਹਾਂਪੁਰਖ ਨੇ ਵੀ ਉਹ ਤਾਂ ਕੋਧਰੇ ਤੋਂ ਭਾਵ ਹੈ ਆ ਜਿਹੜੇ ਦੁਨਿਆਵੀ ਪਦਾਰਥ ਨੇ, ਉਹ ਤਾਂ ਇਹਨਾਂ ਨੂੰ ਛਕਦੇ ਕੋਈ ਨਹੀਂ। ਉਹਨਾਂ ਨੂੰ ਤਾਂ ਦੁਨਿਆਵੀ ਪਦਾਰਥਾਂ ਦੀ ਕੋਈ ਇੱਛਾ ਹੀ ਨਹੀਂ ਹੁੰਦੀ। ਉਹ ਤਾਂ ਨਾਮ ਦੇ ਸ਼ੁਭ ਗੁਣਾਂ ਦੇ ਹੀਰੇ ਮੋਤੀ ਖਾਂਦੇ ਨੇ। ਲੋਕਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੁੰਦਾ। ਇਹ ਹੈ ਪਾਵਨ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹੰਸ ਉੱਡਰ ਕੂਦਰੈ ਪਿਆ, ਲੋਕ ਵਿਡਾਰਨ ਜਾਏ। ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੂਦਰਾ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।